ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਇੱਥੇ ਸਾਡੇ ਟ੍ਰਿਪ ਦੇ ਲਾਸਟ ਗੁਰੂ ਘਰ ਵਿੱਚ ਹੈਗੇ ਹਾਂ, ਵੈਸਟਬੋਰੋ ਬੋਸਟਨ ਦੇ ਗੁਰੂ ਘਰ ਵਿੱਚ। ਇਹ ਸਾਡੇ ਟ੍ਰਿਪ ਦਾ ਲਾਸਟ ਜਿਹੜਾ ਪ੍ਰੋਗਰਾਮ ਹੈਗਾ, ਅਤੇ ਅਸੀਂ ਸਾਰੀਆਂ ਸੰਗਤਾਂ ਨੂੰ ਤਹਿ ਦਿਲੋਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਹੁਣ ਤੱਕ ਸਾਰੀ ਸੰਗਤ ਨੇ ਬਹੁਤ ਹੀ ਸਹਿਯੋਗ ਦਿੱਤਾ ਹੈ, ਬੜਾ ਹੀ ਪ੍ਰੇਮ ਦਿੱਤਾ ਹੈ, ਅਤੇ ਬਾਬਾ ਡਾਕਟਰ ਇਕਬਾਲ ਸਿੰਘ ਜੀ ਦਾ ਤਹਿ ਦਿਲੋਂ ਉਹਨਾਂ ਨੇ ਵੈਲਕਮ ਕੀਤਾ ਹੈ। ਅਤੇ ਹੁਣ ਅਸੀਂ ਆਸ ਕਰਦੇ ਹਾਂ ਕਿ ਅੱਜ ਦਾ ਇਹ ਪ੍ਰੋਗਰਾਮ ਵੀ ਬਹੁਤ ਹੀ ਸੁਚੱਜੇ ਢੰਗ ਨਾਲ ਸਾਰਾ ਖਤਮ ਹੋਏਗਾ। ਅਤੇ ਅਗੇਨ ਸਾਰੀ USA ਦੀ ਸੰਗਤ ਦਾ, ਈਸਟ ਕੋਸਟ ਦੀ ਸੰਗਤ ਦਾ ਤਹਿ ਦਿਲੋਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੇ ਸਾਰੀਆਂ ਜਸ TV ਦੇ ਦੇਖ ਰਹੇ ਵਿਊਅਰਸ ਦਾ ਬਹੁਤ ਬਹੁਤ ਧੰਨਵਾਦ, ਨਾਰਥ ਅਮਰੀਕਾ ਦੀਆਂ ਸੰਗਤਾਂ ਦਾ, ਪਲੱਸ ਜਸ TV ਵਾਲਿਆਂ ਦਾ ਬਹੁਤ ਥੈਂਕ ਯੂ ਸੋ ਮਚ ਕਿ ਜਿਹੜਾ ਸਾਡਾ ਟ੍ਰਿਪ ਹੈ ਡਾਕਟਰ ਦਵਿੰਦਰ ਵੀਰ ਜੀ ਦਾ 2022 ਅਗਸਤ ਮੰਥ ਟ੍ਰਿਪ, ਜਿਹੜਾ ਕਿ ਬਹੁਤ ਚੰਗਾ ਗਿਆ ਹੈਗਾ। ਸਾਰੀਆਂ ਸੰਗਤਾਂ ਦਾ ਬੜਾ ਸਪੋਰਟ ਮਿਲਿਆ। ਸਾਡਾ ਅੱਜ ਆਖਿਰਲਾ ਦਿਨ ਹੈਗਾ ਵੇ ਜਿਹੜਾ ਕਿ ਬੋਸਟਨ ਗੁਰੂ ਘਰ ਦੇ ਵਿੱਚ ਅਸੀਂ ਆਏ ਹੋਏ ਹਾਂ, ਅਤੇ ਬੋਸਟਨ ਦੀਆਂ ਸੰਗਤਾਂ ਦਾ ਬਹੁਤ ਥੈਂਕ ਯੂ, ਬਹੁਤ ਵੈਲਕਮਿੰਗ ਸੀਗਾ। ਅਤੇ ਬਾਕੀ ਸਾਰੀਆਂ ਮਿਡਵੈਸਟ ਦੀਆਂ ਸੰਗਤਾਂ ਅਤੇ ਈਸਟ ਕੋਸਟ ਦੀਆਂ ਸੰਗਤਾਂ ਜਿਨ੍ਹਾਂ ਨੇ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਕਿ ਉਹਨਾਂ ਨੇ ਵੱਧ ਚੜ੍ਹ ਕੇ ਜਿਹੜਾ ਕਿ ਹਿੱਸਾ ਪਾਇਆ ਅਤੇ ਸਾਨੂੰ ਸਪੋਰਟ ਕੀਤਾ। ਜਿਹੜਾ ਬਾਬਾ ਜੀ ਦਾ ਚਲਾਇਆ ਹੋਇਆ ਐਜੂਕੇਸ਼ਨ ਦਾ ਮਿਸ਼ਨ ਹੈਗਾ, ਅਤੇ ਜਿਹੜੀ ਡਾਕਟਰ ਦਵਿੰਦਰ ਵੀਰ ਜੀ ਨੂੰ ਇਹ ਜ਼ਿੰਮੇਵਾਰੀ ਮਿਲੀ ਹੈਗੀ ਹੈ, ਅਤੇ ਸਾਰੀ ਸੰਗਤ ਨੇ ਉਹਨਾਂ ਨੂੰ ਜਿਹੜਾ ਸਾਥ ਦੇਣ ਦਾ, ਬਾਬਾ ਦਵਿੰਦਰ ਸਿੰਘ ਜੀ ਦਾ, ਅਤੇ ਉਹਨਾਂ ਨੂੰ ਉਤਸ਼ਾਹ ਦੇਣ ਦਾ, ਤਾਂ ਕਿ ਉਹਨਾਂ ਸੰਗਤਾਂ ਦਾ ਸੀਗਾ ਕਿ ਅਸੀਂ ਆਪ ਜੀ ਦੇ ਨਾਲ ਆ ਬਾਬਾ ਜੀ, ਅਤੇ ਅਸੀਂ ਸਾਰੇ ਰਲ ਮਿਲ ਕੇ ਇਹ ਮਿਸ਼ਨ ਨੂੰ ਅੱਗੇ ਵਧਾਵਾਂਗੇ ਅਤੇ ਬੱਚੇ ਪੜ੍ਹਾਵਾਂਗੇ ਅਤੇ ਪੰਜਾਬ ਨੂੰ ਬਚਾਵਾਂਗੇ। ਇਹ ਜਿਹੜਾ ਵਾਅਦਾ ਸੀਗਾ ਸੰਗਤਾਂ ਦਾ, ਉਹ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ ਕੋਲ ਬੜੂ ਸਾਹਿਬ ਤੋਂ ਡਾਕਟਰ ਦਵਿੰਦਰ ਸਿੰਘ ਜੀ ਆਏ ਹੋਏ ਨੇ। ਬੜੂ ਸਾਹਿਬ ਦੀ ਜਿਹੜੀ ਵਿਜ਼ਨ ਹੈਗੀ ਹੈ ਉਹ ਬਾਬਾ ਅਤਰ ਸਿੰਘ ਜੀ ਨੇ ਰੱਖੀ ਸੀਗੀ। ਹੀ ਵਾਜ਼ ਅ ਵਿਜ਼ਨਰੀ। ਉਹਨਾਂ ਦੀ ਸੋਚ ਸੀਗੀ ਫॉर ਐਨੀ ਪੰਥ ਟੂ ਬੀ ਪ੍ਰੋਗਰੈਸਿਵ, ਸਾਨੂੰ ਨਾਟ ਓਨਲੀ ਸਪਿਰਿਚੁਅਲ ਐਜੂਕੇਸ਼ਨ ਦੀ ਲੋੜ ਹੈਗੀ ਹੈ, ਬਟ ਦੁਨਿਆਵੀ ਐਜੂਕੇਸ਼ਨ ਦੀ ਵੀ ਲੋੜ ਹੈਗੀ ਹੈ। ਉਹਨੇ ਆਪਣਾ ਪਹਿਲਾ ਸਕੂਲ 1906 ਵਿੱਚ ਖੋਲ੍ਹਿਆ ਸੀਗਾ, ਜਸਟ ਫॉर ਵੂਮਨ। ਹੀ ਵਾਜ਼ ਅ ਬਿਗ ਬਿਲੀਵਰ ਇਨ ਵੂਮਨ ਇੰਪਾਵਰਮੈਂਟ। ਅਤੇ ਮੈਂ ਡਾਕਟਰ ਦਵਿੰਦਰ ਸਿੰਘ ਜੀ ਨੂੰ ਰਿਕੁਐਸਟ ਕਰਾਂਗਾ ਕਿ ਆ ਕੇ ਸੰਗਤ ਨੂੰ ਐਡਰੈਸ ਕਰਨ, ਬੜੂ ਸਾਹਿਬ ਦੀ ਜਿਹੜੀ ਪ੍ਰੋਗਰਾਮ ਹੈਗੇ ਨੇ ਉਹਦੇ ਬਾਰੇ ਦੱਸਣ ਕਿ ਸੰਗਤ ਕਿਵੇਂ ਉਹਨਾਂ ਦੀ ਹੈਲਪ ਕਰ ਸਕਦੀ ਉਹ ਦੱਸਣ। ਉਹਦੇ ਬਾਅਦ ਮੈਂ ਸਰਬਪ੍ਰੀਤ ਵੀਰ ਜੀ ਨੂੰ ਕਹਾਂਗਾ ਕਿ ਆ ਕੇ ਡਾਕਟਰ ਦਵਿੰਦਰ ਸਿੰਘ ਨੂੰ ਥੈਂਕ ਯੂ ਕਰਨ ਅਤੇ ਉਹਨਾਂ ਦੇ ਬਾਰੇ ਵਿੱਚ ਕੁਝ ਦੱਸਣ ਇਸ ਵਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਮੈਸੇਜ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਕਈ ਦਫਾ ਅਸੀਂ ਉਸ ਨੂੰ ਬਹੁਤ ਛੋਟੇ ਦਾਇਰੇ ਵਿੱਚ ਦੇਖ ਰਹੇ ਹੁੰਦੇ ਹਾਂ। ਮਹਾਂਪੁਰਸ਼ ਬਾਬਾ ਇਕਬਾਲ ਸਿੰਘ ਜੀ ਕਈ ਵਾਰੀ ਕਹਿੰਦੇ ਸੀ, ਸਿੱਖੀਜ਼ਮ ਇਜ਼ ਨਾਟ ਐਨ ਇਜ਼ਮ, ਇਟ ਇਜ਼ ਅ ਸਪਿਰਿਚੁਅਲ ਵੇ ਆਫ ਲਾਈਫ ਫॉर द एंटायर मैनकाइंड। ਸਾਰੀ ਸ੍ਰਿਸ਼ਟੀ ਵਾਸਤੇ ਇਹ ਗ੍ਰੰਥ ਹੈ। ਜੋ ਜੋ ਵਿਅਕਤੀ ਅਧਿਆਤਮਿਕ ਜੀਵਨ ਜੀਣ ਦਾ ਇੱਛੁਕ ਹੈ, ਉਸ ਦੇ ਵਾਸਤੇ ਇਸ ਗ੍ਰੰਥ ਵਿੱਚ ਸਿੱਧਾ ਰਸਤਾ ਦਿੱਤਾ ਹੈ। ਭਾਈ ਗੁਰਦਾਸ ਜੀ ਕਹਿੰਦੇ ਹਨ, ਗਾਡੀ ਰਾਹ ਹੈ। ਜੋ ਪਿੰਡਾਂ ਵਿੱਚ ਗੱਡੇ ਦਾ ਰਸਤਾ ਸੀ, ਜੋ ਸਿੱਧਾ ਰਸਤਾ ਸੀਗਾ, ਕੋਈ ਇਸ ਵਿੱਚ ਘੁਮੇਰ ਨਹੀਂ ਹੈ, ਸੌਖਾ ਰਸਤਾ ਹੈ ਅਧਿਆਤਮਿਕ ਜੀਵਨ ਜੀਣ ਦਾ। ਸਪਿਰਿਚੁਅਲ ਵੇ ਆਫ ਲਾਈਫ ਕੀ ਹੈ? ਅਧਿਆਤਮਿਕ ਜੀਵਨ ਕੀ ਹੈ? ਅਧਿਆਤਮਿਕ ਜੀਵਨ ਉਹ ਜੀਵਨ ਹੈ ਜਿਸ ਜੀਵਨ ਨੂੰ ਅਸੀਂ ਜੇ ਉਸ ਤਰ੍ਹਾਂ ਜੀਵਨ ਆਪਣਾ ਬਤੀਤ ਕਰਾਂਗੇ ਤੇ ਸਾਡੀ ਹੋਮੇ, ਸਾਡੀ ਈਗੋ ਕਾਬੂ ਵਿੱਚ ਆ ਜਾਏਗੀ। ਹੌਲੇ 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 ਸਾਡੀ ਸਾਰੀ ਪ੍ਰੋਬਲਮਸ, ਚਾਹੇ ਉਹ ਪਰਸਨਲ ਲੈਵਲ ਦੀਆਂ ਹਨ, ਪਿਤਾ ਦੀ ਪੁੱਤਰ ਨਾਲ, ਵਾਈਫ ਦੀ ਹਸਬੈਂਡ ਨਾਲ, ਨੇਬਰਸ ਨਾਲ, ਸਾਡੇ ਵਰਕ ਪਲੇਸ ਤੇ, ਜਾਂ ਈਵਨ ਅਮੰਗ ਨੇਸ਼ਨਸ, ਸਾਰੀ ਸਮੱਸਿਆਵਾਂ ਦੀ ਜੜ ਇਹ ਹਉਮੈ ਹੈ। ਮੈਂ ਸਾਨੂੰ ਇਹ ਭੁਲੇਖਾ ਹੋ ਜਾਂਦਾ ਹੈ ਕਿ ਮੈਂ
ਪਾਵਰਫੁਲ ਹਾਂ, ਮੇਰੀ ਗੱਲ ਮੰਨੀ ਜਾਏ, ਜਦ ਅਸੀਂ ਉਸ ਨੂੰ ਐਨਫੋਰਸ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਸਾਡੀ ਸਮੱਸਿਆਵਾਂ ਖੜੀਆਂ ਹੋ ਜਾਂਦੀਆਂ ਹਨ, ਅਸੀਂ ਦੁਖੀ ਹੋ ਜਾਂਦੇ ਹਾਂ। ਹਉਮੈ ਦੇ ਅਧੀਨ ਹੋ ਕੇ ਅਸੀਂ ਜਦ ਇਕੱਲੀ ਦੁਨਿਆਵੀ ਵਿੱਦਿਆ ਲੈਂਦੇ ਹਾਂ, ਡਿਗਰੀਆਂ ਇਕੱਠੀਆਂ ਕਰਦੇ ਹਾਂ, ਹਉਮੈ ਨੂੰ ਹੋਰ ਪੱਠੇ ਪੈ ਜਾਂਦੇ ਹਨ, ਹੋਰ ਉਹ ਪ੍ਰਫੁੱਲਿਤ ਹੋ ਜਾਂਦੀ ਹੈ। ਜਿਤਨੀ ਸਾਡੀ ਹਉਮੈ ਵੱਧਦੀ ਜਾਂਦੀ ਹੈ, ਉਤਨਾ ਅਸੀਂ ਪਰਮਾਰਥ ਦੇ ਰਸਤੇ ਤੋਂ ਦੂਰ ਹੁੰਦੇ ਚਲੇ ਜਾਂਦੇ ਹਾਂ, ਉਤਨੇ ਹੀ ਗਲਤਾਨ ਹੋ ਜਾਂਦੇ ਹਾਂ, ਉਤਨੇ ਹੀ ਪਰੇਸ਼ਾਨ ਲੱਗ ਪੈਂਦੇ ਹਾਂ। ਹਉਮੈ ਦੇ ਅਧੀਨ ਆ ਕੇ ਸਾਨੂੰ ਇਹ ਭੁਲੇਖਾ ਹੋ ਜਾਂਦਾ ਹੈ ਕਿ ਜੇ ਮੇਰੇ ਕੋਲ ਬਹੁਤ ਮਾਇਆ ਇਕੱਤਰਿਤ ਹੋ ਜਾਏ, ਬਹੁਤ ਪਦਾਰਥ ਇਕੱਠੇ ਹੋ ਜਾਣ, ਤੇ ਸ਼ਾਇਦ ਮੈਂ ਸੁਖੀ ਹੋ ਜਾਵਾਂਗਾ। ਬੜਾ ਵੱਡਾ ਭੁਲੇਖਾ ਹੈ। ਪੰਜਵੇਂ ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਸਾਰੀ ਸ੍ਰਿਸ਼ਟੀ ਦਾ ਰਾਜਾ ਵੀ ਦੁਖੀ ਹੈ, ਤੇ ਸੁਖ ਕਿਵੇਂ ਆਏਗਾ? ਹਰ ਕਾ ਨਾਮ ਜਪਤ ਹੋਏ ਸੁਖੀਆ। ਮਹਾਰਾਜ ਇਹ ਵੀ ਬਖਸ਼ਿਸ਼ ਕਰਦੇ ਹਨ, ਸੁਖ ਨਾਹੀ ਬਹੁਤੇ ਤਨ ਖਾਟੇ, ਬਹੁਤ ਧਨ ਕਮਾਉਣ ਨਾਲ ਸੁਖ ਨਹੀਂ ਮਿਲੇਗਾ। ਸੁਖ ਨਾਹੀ ਦੇਖੇ ਨਿਤ ਨਾਟੇ, ਜੋ ਅਸੀਂ ਸਮਾਂ ਆਪਣਾ ਨਸ਼ਟ ਕਰਦੇ ਹਾਂ ਇੰਸਟਾਗ੍ਰਾਮ ਤੇ, WhatsApp ਤੇ, Facebook ਤੇ, ਫਿਲਮਾਂ ਦੇਖਦੇ ਰਹਿੰਦੇ ਹਾਂ, ਬੈਠ ਕੇ ਗੌਸਿਪਿੰਗ ਕਰਦੇ ਰਹਿੰਦੇ ਹਾਂ, ਇੱਕ ਦੂਸਰੇ ਦੀ ਨਿੰਦਾ ਚੁਗਲੀ ਕਰਦੇ ਰਹਿੰਦੇ ਹਾਂ, ਇਹ ਸਮਾਂ ਅਸੀਂ ਵੇਸਟ ਕਰ ਰਹੇ ਹਾਂ। ਸੁਖ ਨਾਹੀ ਬਹੁਤੇ ਤਨ ਖਾਟੇ, ਸੁਖ ਨਾਹੀ ਦੇਖੇ ਨਿਤ ਨਾਟੇ, ਸੁਖ ਨਾਹੀ ਬਹੁ ਦੇਸ ਕਮਾਹੇ। ਬਾਹਰੇ ਮੁਲਕਾਂ ਵਿੱਚ ਜਾ ਕੇ ਅਸੀਂ ਮਾਇਆ ਇਕੱਠੀ ਕਰਨ ਵਾਸਤੇ ਚਲੇ ਆਉਂਦੇ ਹਾਂ ਕਿ ਸਾਨੂੰ ਸ਼ਾਇਦ ਇੱਥੇ ਮਾਇਆ ਇਕੱਠੀ ਕਰਕੇ ਸੁਖ ਮਿਲ ਜਾਏਗਾ। ਸੁਖ ਲੈਣ ਦਾ ਕੀ ਤਰੀਕਾ ਹੈ? ਮਹਾਰਾਜ ਬਖਸ਼ਿਸ਼ ਕਰਦੇ ਹਨ, ਸਰਬ ਸੁਖਾਂ ਹਰ ਹਰ ਗੁਣ ਗਾਏ। ਸੋ ਸਾਧ ਸੰਗਤ ਜੀ, ਅਸੀਂ ਇੱਥੇ ਬਾਹਰਲੇ ਮੁਲਕਾਂ ਵਿੱਚ ਆਏ ਹਾਂ ਇਸੀ ਤਲਾਸ਼ ਵਿੱਚ ਕਿ ਪਦਾਰਥ ਇਕੱਠੇ ਕਰਨ ਤੋਂ ਉਪਰੰਤ ਸਾਨੂੰ ਸੁਖ ਮਿਲ ਜਾਏਗਾ। ਕੋੜੀਆਂ ਇਕੱਠੀਆਂ ਕਰ ਰਹੇ ਹਾਂ ਮਹਾਰਾਜ। ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰ ਤੇ ਜਾਣਿਆ। ਦਾਸ ਨੂੰ ਇੱਕ ਸਾਖੀ ਜੋ ਸੰਤ ਅਤਰ ਸਿੰਘ ਮਹਾਰਾਜ ਜੀ ਦੇ ਜੀਵਨ ਵਿੱਚ ਸੀ ਉਹ ਯਾਦ ਆ ਗਈ। ਸੰਤ ਤੇਜਾ ਸਿੰਘ ਜੀ ਮਹਾਰਾਜ ਇਸ ਮੁਲਕ ਵਿੱਚ ਆਏ ਸੀ 1906 ਵਿੱਚ। 1906 ਤੋਂ 1912 ਉਹ ਇੰਗਲੈਂਡ, ਪਹਿਲਾਂ ਕੈਂਬਰਿਜ ਯੂਨੀਵਰਸਿਟੀ ਗਏ। ਉੱਥੇ ਉਹਨਾਂ ਨੇ ਦਸਤਾਰ ਸਿੰਘਾਂ ਨੂੰ ਸਜਾ ਕੇ ਵਿੱਦਿਆ ਲੈਣ ਦੀ ਆਗਿਆ ਦਵਾਈ ਸੀ ਕੈਂਬਰਿਜ ਯੂਨੀਵਰਸਿਟੀ ਵਿੱਚ। ਉਹਨਾਂ ਤੋਂ ਪਹਿਲਾਂ ਉੱਥੇ ਦਸਤਾਰ ਪਾਣੀ ਅਲਾਉਡ ਨਹੀਂ ਸੀ, ਹੈਟ ਪਾ ਕੇ ਪੜ੍ਹਾਈ ਹੁੰਦੀ ਸੀ। ਸੰਤ ਜੀ ਮਹਾਰਾਜ ਜੀ ਨੇ ਜਾ ਕੇ ਵਾਈਸ ਚਾਂਸਲਰ ਨਾਲ ਭੇਟ ਕੀਤੀ, ਉਸ ਨੂੰ ਦਲੀਲਾਂ ਦਿੱਤੀਆਂ ਕਿ ਸਿੱਖ ਧਰਮ ਕੀ ਹੈ। ਇਤਨਾ ਪ੍ਰਭਾਵਿਤ ਹੋਇਆ ਕਿ ਉਸਨੇ ਕਿਹਾ ਵੀ ਤੁਸੀਂ ਵੀ ਵਿੱਦਿਆ ਲਓ ਤੇ ਜੋ ਵੀ ਅੱਜ ਤੋਂ ਬਾਅਦ ਸਿੱਖ ਆਏਗਾ ਉਹ ਦਸਤਾਰ ਪਾ ਕੇ ਵਿੱਦਿਆ ਲੈ ਸਕਦਾ ਹੈ। ਉਪਰੰਤ USA ਆਏ, ਕੋਲੰਬੀਆ ਯੂਨੀਵਰਸਿਟੀ ਵਿੱਚ ਦਾਖਲਾ ਲਿਆ। ਫਿਰ ਕੈਨੇਡਾ ਗਏ, ਉੱਥੇ ਦੇ ਸਿੰਘਾਂ ਨੂੰ ਇਕੱਠਾ ਕੀਤਾ। ਉੱਥੇ ਦੀ ਸਰਕਾਰ ਸਿੰਘਾਂ ਨੂੰ ਡਿਪੋਰਟ ਕਰ ਰਹੀ ਸੀ, ਹੋਂਡੂਰਾਸ ਭੇਜ ਰਹੀ ਸੀ। ਉਹਨਾਂ ਨੂੰ ਇਕੱਠਾ ਕੀਤਾ, ਬ੍ਰਿਟਿਸ਼ ਸਰਕਾਰ ਦੇ ਖਿਲਾਫ ਕੇਸ ਲੜੇ, ਜਿੱਤੇ ਤੇ ਖਾਲਸਾ ਦੀਵਾਨ ਸੁਸਾਇਟੀ ਕੈਨੇਡਾ ਵੈਨਕੂਵਰ ਵਿੱਚ ਸਥਾਪਿਤ ਕੀਤੀ। ਉਪਰੰਤ ਇੱਥੇ ਇਸੀ ਸ਼ਹਿਰ ਵਿੱਚ, ਬੋਸਟਨ ਵਿੱਚ, ਹਾਰਵਰਡ ਯੂਨੀਵਰਸਿਟੀ ਵਿੱਚ ਆ ਕੇ ਮਾਸਟਰਸ ਦੀ ਡਿਗਰੀ ਲਈ। ਇੰਗਲਿਸ਼ ਲਿਟਰੇਚਰ ਤੇ ਐਜੂਕੇਸ਼ਨ ਉਹਨਾਂ ਦਾ ਫੀਲਡ ਸੀਗਾ। 1912 ਵਿੱਚ ਉਹਨਾਂ ਨੇ ਪ੍ਰੋਬੇਬਲੀ ਉਹ ਪਹਿਲੇ ਹੀ ਸਿੱਖ ਸਕਾਲਰ ਸੀ ਜਿਨ੍ਹਾਂ ਨੇ ਹਾਰਵਰਡ ਯੂਨੀਵਰਸਿਟੀ ਤੋਂ 1912 ਵਿੱਚ ਮਾਸਟਰਸ ਦੀ ਡਿਗਰੀ ਲਈ ਸੀ। ਇਹ ਸਾਡਾ ਵਿਰਸਾ ਹੈ, ਸਾਡੀ ਸੰਸਥਾ ਦਾ।
ਉਹਨਾਂ ਦੀ ਇਸ ਯਾਦ ਵਿੱਚ ਹਾਰਵਰਡ ਯੂਨੀਵਰਸਿਟੀ ਨੇ ਉਹਨਾਂ ਨੂੰ ਆਨਰ ਕਰਦੇ ਹੋਏ ਜੋ ਉਹਨਾਂ ਦੀ ਵਰਸਾਈ ਹੋਈ ਕਲਗੀਧਰ ਟਰਸਟ ਜਿਸ ਦੀ ਉਪਲਬਧੀਆਂ ਹੁਣੇ ਸਰਨਜੀਤ ਵੀਰ ਜੀ ਆਪ ਨੂੰ ਦੱਸ ਰਹੇ ਸੀ 129 ਸਕੂਲ ਤੇ 2 ਯੂਨੀਵਰਸਿਟੀਆਂ ਇਸ ਨੂੰ ਰੈਕਗਨਾਈਜ਼ ਕਰਦੇ ਹੋਏ ਹਾਰਵਰਡ ਯੂਨੀਵਰਸਿਟੀ ਨੇ ਇੱਕ ਸਪੈਸ਼ਲ ਐਂਡੋਮੈਂਟ ਸ਼ੁਰੂ ਕੀਤਾ ਹੈ। ਇੱਕ ਸਕਾਲਰ ਉਹ ਰਿਸਰਚ ਕਰ ਸਕਦਾ ਹੈ ਹਾਰਵਰਡ ਯੂਨੀਵਰਸਿਟੀ ਵਿੱਚ ਇਸ ਐਂਡੋਮੈਂਟ ਦੇ ਅੰਡਰ। ਜਿਸ ਸਮੇਂ ਉਹ ਇੱਥੋਂ ਜਾਣ ਲੱਗੇ ਤੇ ਉਹਨਾਂ ਦੇ ਮਨ ਵਿੱਚ ਆਇਆ ਕਿ ਵੀ ਇੱਥੇ ਸੁਣਿਆ ਕਿ ਹੈਨਰੀ ਫੋਰਡ ਇੱਥੇ ਦਾ ਸਭ ਤੋਂ ਅਮੀਰ ਵਿਅਕਤੀ ਹੈ। ਉਸ ਨਾਲ ਉਹਨਾਂ ਦੀ ਮਿਲਣ ਦੀ ਇੱਛਾ ਪ੍ਰਗਟ ਕੀਤੀ। ਉਸਦੇ ਸੈਕਟਰੀ ਨੂੰ ਇਹਨਾਂ ਨੇ ਮੈਸੇਜ ਕੀਤਾ ਕਿ ਮੈਨੂੰ 5 ਮਿੰਟ ਦਾ ਸਮੇਂ ਹੈਨਰੀ ਫੋਰਡ ਨਾਲ ਦੇ ਦਿਓ। ਜਵਾਬ ਆਇਆ ਸੈਕਟਰੀ ਦਾ ਕਿ 5 ਮਿੰਟ ਦਾ ਸਮਾਂ ਤੁਹਾਨੂੰ 3 ਮਹੀਨੇ ਬਾਅਦ ਮਿਲ ਸਕਦਾ ਹੈ। ਫਿਰ ਸੰਤਾਂ ਨੇ ਬੇਨਤੀ ਕੀਤੀ ਕਿ ਭਾਈ ਅਸੀਂ ਤੇ ਕੁਝ ਦਿਨਾਂ ਬਾਅਦ ਵਾਪਸ ਦੇਸ਼ ਚਲੇ ਜਾਣਾ ਹੈ, ਸਾਨੂੰ ਜਲਦੀ ਸਮਾਂ ਦਵਾ ਦਿਓ। ਤੇ ਸੈਕਟਰੀ ਨੇ ਕਿਹਾ ਕਿ ਹੈਨਰੀ ਫੋਰਡ ਦੀ ਲੰਚ ਤੋਂ ਬਾਅਦ ਦੂਜੀ ਬਿਲਡਿੰਗ ਵਿੱਚ ਜਾ ਕੇ ਮੀਟਿੰਗ ਹੈ, 5 ਮਿੰਟ ਦਾ ਸਫ਼ਰ ਹੈ। ਜੇ ਤੁਸੀਂ ਉਸਦੀ ਕਾਰ 'ਚ ਬੈਠ ਕੇ ਨਾਲ ਚਲੇ ਜਾਓ ਤੇ ਤੁਸੀਂ ਆਪਣੇ ਗੱਲਬਾਤ ਕਰ ਸਕਦੇ ਹੋ। ਸੰਤਾਂ ਨੇ ਇਹ ਹੁਕਮ ਪ੍ਰਵਾਨ ਕਰ ਲਿਆ। ਉਸ ਸਮੇਂ ਹੈਨਰੀ ਫੋਰਡ ਅਮਰੀਕਾ ਦਾ ਸਭ ਤੋਂ ਅਮੀਰ ਵਿਅਕਤੀ ਸੀ। ਸਾਂਝੀ ਮਹਾਰਾਜ ਦੇ ਨਾਲ ਬੈਠ ਗਏ, ਬਚਨ ਵਿਲਾਸ ਕਰਨ ਲੱਗੇ ਤੇ ਸੰਤਾਂ ਨੇ ਹੈਨਰੀ ਫੋਰਡ ਨੂੰ ਪੁੱਛਿਆ ਕਿ ਤੁਸੀਂ ਰੋਜ਼ ਕਿੰਨਾ ਪੈਸਾ ਕਮਾ ਲੈਂਦੇ ਹੋ। ਉਹਦਾ ਜਵਾਬ ਸੀ ਆਈ ਅਰਨ ਲੋਟ ਆਫ ਮਨੀ, ਆਈ ਡੋਂਟ ਨੋ ਹਾਊ ਮਚ। ਫਿਰ ਸੰਤਾਂ ਨੇ ਪੁੱਛਿਆ ਤੁਹਾਡੇ ਬੈਂਕ ਵਿੱਚ ਕਿੰਨਾ ਪੈਸਾ ਹੈ। ਹੈਨਰੀ ਫੋਰਡ ਨੇ ਫਿਰ वही जवाब ਦਿੱਤਾ ਕਿ ਮੇਰੇ ਕੋਲ ਬਹੁਤ ਪੈਸਾ ਹੈ, ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਕਿੰਨਾ ਪੈਸਾ ਮੇਰੇ ਕੋਲ ਹੈ। ਤੀਸਰਾ ਸਵਾਲ ਸੰਤਾਂ ਨੇ ਕਿਹਾ ਤੁਸੀਂ ਹੋਰ ਕਿੰਨਾ ਪੈਸਾ ਕਮਾਉਣਾ ਚਾਹੁੰਦੇ ਹੋ। ਹੈਨਰੀ ਫੋਰਡ ਕਹਿੰਦਾ ਮੈਂ ਬਹੁਤ ਸਾਰਾ ਪੈਸਾ ਕਮਾਉਣਾ ਚਾਹੁੰਦਾ ਹਾਂ। ਸੰਤਾਂ ਨੇ ਚੌਥਾ ਜੋ ਸਵਾਲ ਕੀਤਾ ਉਹ ਸਵਾਲ ਸਾਧ ਸੰਗਤ ਜੀ ਸਾਨੂੰ ਸਾਰਿਆਂ ਨੂੰ ਆਪਣੇ ਤੋਂ ਪੁੱਛਣ ਦੀ ਲੋੜ ਹੈ। ਚੌਥਾ ਸਵਾਲ ਉਹਨਾਂ ਨੇ ਕੀਤਾ ਆਰ ਯੂ ਐਟ ਪੀਸ, ਆਰ ਯੂ ਹੈਪੀ। ਅਚਾਨਕ ਝਿੜਕ ਗਿਆ ਹੈਨਰੀ ਫੋਰਡ, ਕਹਿੰਦਾ ਨੋ ਆਈ ਐਮ ਨਾਟ ਐਟ ਪੀਸ, ਆਈ ਐਮ ਗ੍ਰੇਟਲੀ ਸਟ੍ਰੈਸਡ। ਯੂ ਸੀਮ ਟੂ ਬੀ ਅ ਸਪਿਰਿਚੁਅਲ ਮੈਨ, ਹੈਲਪ ਮੀ ਟੂ ਗੈਟ ਪੀਸ। ਸੰਤਾਂ ਨੇ ਆਪਣਾ ਸਿਮਰਨਾ ਉਤਾਰ ਕੇ ਸਿਮਰਨਾ ਉਸ ਨੂੰ ਦੇ ਦਿੱਤਾ ਤੇ ਨਾਮ ਜਪਣ ਦੀ ਵਿਧੀ ਦੱਸੀ ਤੇ ਨਾਲ ਕਿਹਾ ਕਿ ਬਈ ਇਹ ਮਾਇਆ ਤੈਨੂੰ ਤਾਂ ਹੀ ਸਫਲੀ ਹੋਏਗੀ, ਯੂ ਵਿਲ ਬੀ ਐਟ ਪੀਸ ਓਨਲੀ ਇਫ ਯੂ ਸ਼ੇਅਰ ਦਿਸ ਵੈਲਥ ਵਿਦ ਦ ਨੀਡੀਐਸਟ। ਸੋ ਸਾਧ ਸੰਗਤ ਜੀ, ਅਧਿਆਤਮ ਰਸਤੇ ਦੇ ਚੱਲਣ ਵਾਸਤੇ ਸਭ ਤੋਂ ਪਹਿਲਾ ਸਬਕ ਇਹ ਹੈ ਕਿ ਅਸੀਂ ਆਪਣੀ ਜੋ ਸਾਡੀ ਵੈਲਥ ਹੈ, ਦੁਨਿਆਵੀ ਜੋ ਸਾਡੀ ਪਦਾਰਥ ਅਸੀਂ ਇਕੱਠੇ ਕੀਤੇ ਹੋਏ ਹਨ, ਇਹ ਲੋੜਵੰਦ ਲੋਕਾਂ ਨਾਲ ਸ਼ੇਅਰ ਕਰੀਏ। ਜੇ ਅਸੀਂ ਇਹ ਕੌਡੀਆਂ ਇਕੱਠੀਆਂ ਕਰਦੇ ਰਹਿ ਜਾਵਾਂਗੇ ਤੇ ਮਨ ਵਿੱਚ ਸ਼ਾਂਤੀ ਨਹੀਂ ਰਹੇਗੀ। ਇਹ ਪਦਾਰਥ ਇਹ ਮਾਇਆ ਸਾਨੂੰ ਕੰਫਰਟਸ ਦਿਵਾ ਸਕਦੀ ਹੈ, ਕੰਫਰਟਸ ਯੈਸ, ਹੈਪੀਨੈਸ ਐਕਸਟੈਸੀ ਨੋ। ਉਸ ਤੋਂ ਅਸੀਂ ਵਾਂਝੇ ਰਹਿ ਜਾਵਾਂਗੇ। ਮਹਾਰਾਜ ਬਖਸ਼ਿਸ਼ ਕਰਦੇ ਹਨ, ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਅਧਿਆਤਮ ਰਸਤੇ ਦੀ ਜੇ ਅਸੀਂ ਰਾਹ ਪਛਾਣਨੀ ਹੈ, ਰਸਤਾ ਦੱਸਣਾ ਦੇਖਦਾ ਜੇ ਜਾਣਨਾ ਚਾਹੁੰਦੇ ਹਾਂ ਬੇਗਮਪੁਰਾ ਸ਼ਹਿਰ ਦਾ ਨਾਮ, ਜੇ ਰਸਤਾ ਅਸੀਂ ਦੇਖਣਾ ਚਾਹੁੰਦੇ ਹਾਂ ਅਧਿਆਤਮ ਦਾ, ਸੁਖੀ ਜੀਵਨ ਦਾ, ਆਨੰਦਮਈ ਜੀਵਨ ਦਾ, ਐਕਸਟੈਟਿਕ ਲਾਈਫ ਦਾ, ਤੇ ਪਹਿਲਾ ਕਦਮ ਹੈ ਕਿ ਅਸੀਂ ਦਸਵੰਧ ਕੱਢੀਏ। 10ਵਾਂ ਹਿੱਸਾ ਕਮਾਈ ਦਾ ਗੁਰੂ ਦੇ ਨਾਮ ਦੇ ਦਈਏ। ਸੰਤ ਅਤਰ ਸਿੰਘ ਜੀ ਮਹਾਰਾਜ ਕਹਿੰਦੇ ਸੀ ਜੇ ਹਰ ਸਿੱਖ ਦਸਵੰਧ ਕੱਢਣ ਲੱਗ ਪਏ ਤੇ ਪੰਥ ਦੇ ਸਾਰੇ ਕਾਰਜ ਸਹਿਜ ਸੁਭਾਏ ਪੂਰੇ ਹੋ ਜਾਣਗੇ। ਦਸਵੰਤ ਮਾਇਆ ਦਾ ਤੇ ਨਾਲ ਹੀ ਦਸਵੰਤ ਸਮੇਂ ਦਾ ਵੀ, ਟਾਈਮ ਦਾ ਵੀ। 10ਵਾਂ ਹਿੱਸਾ ਦਿਨ ਦਾ 2.5 ਘੰਟੇ ਰੋਜ਼ ਦੇ ਸੇਵਾ ਤੇ ਸਿਮਰਨ ਵਿੱਚ ਅਸੀਂ ਲਗਾਉਣੇ ਹਨ। ਰੋਜ਼ ਸ਼ਾਮ ਨੂੰ ਅਸੀਂ ਆਪਣਾ ਸਪਿਰਿਚੁਅਲ ਆਡਿਟ ਕਰਿਆ ਕਰੀਏ ਸੌਣ ਤੋਂ ਪਹਿਲਾਂ ਕਿ ਕਿਸ ਕੰਮ ਮੈਂ ਆਇਆ ਸੀ,
ਤੇ ਅਧਿਆਤਮਕ ਜੀਵਨ ਵਿੱਚ ਮੈਂ ਕਿੰਨਾ ਪ੍ਰੋਗਰੈਸ ਕਰ ਲਿਆ ਹੈ। ਪੰਜਵੇਂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹੋ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਹੋ ਤੈਨੂੰ ਕੋਈ ਕੰਮ ਨਹੀਂ ਹੈ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਓਨਲੀ your only job is to meditate and to do सेवा। दोनों ही एक पिलर हैं अध्यात्मक जीवन दे, सिमरन नाम जपना ते सेवा करना। जे असी कल्ला सेवा करन दी कोशिश करांगे ते मन ठहराव च नहीं आंदा। जे कल्ला सिमरन करांगे ਤਾਂ ਵੀ ਸੂਖਸ਼ਮ ਹੋਮੇ ਆ ਜਾਂਦੀ ਹੈ। ਅਸੀਂ ਅਧਿਆਤਮਕ ਰਸਤੇ ਤੇ ਪ੍ਰੋਗਰੈਸ ਨਹੀਂ ਕਰਦੇ। ਮਹਾਰਾਜ ਦੀ ਬਖਸ਼ਿਸ਼ ਹੈ, ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ। ਵੇਦ ਪੜ੍ਹ ਲਏ, ਪਾਠ ਕਰ ਲਏ, ਯੋਗਿਕ ਆਸਨ ਵੀ ਕਰ ਲਏ। ਪੰਚ ਜਨਾ ਸੋ ਸੰਗ ਨਾ ਛੁਟਕਿਓ, ਅਧਿਕ ਅਹਮ ਬੁੱਧ ਬਾਦੇ। ਹੋਰ ਹੋਮੇ ਵੱਧ ਜਾਂਦੀ ਹੈ। ਅਸੀਂ ਜਿਹੜੇ ਸਾਡੇ ਪੰਜ ਦੁਸ਼ਟ ਅੰਦਰ ਹਨ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਉਹਨਾਂ ਤੋਂ ਛੁਟਕਾਰਾ ਨਹੀਂ ਪਾਉਂਦੇ। ਜਿਉਂ ਅਸੀਂ ਨਾਮ ਜਪਦੇ ਹਾਂ ਇਕੱਲੇ ਬੈਠ ਕੇ ਇਕਾਂਤ ਵਿੱਚ, ਸੂਖਸ਼ਮ ਹੋਮੇ ਆ ਜਾਂਦੀ ਹੈ, ਤਾਕਤਾਂ ਆ ਜਾਂਦੀਆਂ ਹਨ। ਜਦ ਅਸੀਂ ਦੁਨੀਆ ਵਿੱਚ ਜਾ ਕੇ ਦੁਬਾਰਾ ਵਿਚਰਦੇ ਹਾਂ ਸੰਗਤ ਵਿੱਚ, ਉਹ ਤਾਕਤਾਂ ਅਸੀਂ ਇਸਤੇਮਾਲ ਕਰਨ ਲੱਗ ਪੈਂਦੇ ਹਾਂ, ਉਸੀ ਦੇ ਘੁੰਮਣ ਘੇਰੇ ਵਿੱਚ ਰਹਿ ਜਾਂਦੇ ਹਾਂ। ਸੇਵਾ ਤਿੰਨ ਤਰ੍ਹਾਂ ਦੀ ਮਹਾਪੁਰਸ਼ਾਂ ਨੇ ਦਰਸਾਈ ਹੈ। ਧਨ ਦੀ ਸੇਵਾ, ਦੂਸਰੀ ਮਨ ਦੀ ਸੇਵਾ, ਤਨ ਦੀ ਸੇਵਾ। ਧਨ ਦੀ ਸੇਵਾ, ਤਨ ਦੀ ਸੇਵਾ, ਫਿਜ਼ੀਕਲ ਸਰਵਿਸ। ਜੋ ਜੋ ਸਾਡੇ ਕੋਲ ਹੁਨਰ ਹੈ, ਅਸੀਂ ਡਾਕਟਰ ਹਾਂ, ਇੰਜੀਨੀਅਰ ਹਾਂ, ਟੀਚਰ ਹਾਂ, ਜੋ ਵੀ ਹਾਂ, ਅਸੀਂ 10ਵਾਂ ਹਿੱਸਾ ਜ਼ਰੂਰ ਉਸ ਹੁਨਰ ਦਾ ਇਸਤੇਮਾਲ ਕਰੀਏ ਲੋਕਾਂ ਦੀ ਭਲਾਈ ਵਾਸਤੇ। ਇੱਕ ਵਾਰੀ ਕਿਸੇ ਪ੍ਰੇਮੀ ਨੇ ਸੰਤਾਂ ਨੂੰ ਪੁੱਛਿਆ, ਸੰਤ ਅਤਰ ਸਿੰਘ ਮਹਾਰਾਜ ਜੀ ਨੂੰ, ਕਿ ਸੇਵਾ ਦੀ ਕੀ ਲੋੜ ਹੈ। ਸੰਤਾਂ ਨੇ ਬਚਨ ਕੀਤੇ, ਸੇਵਾ ਤੋਂ ਬਗੈਰ ਗਰੀਬੀ ਨਹੀਂ ਆ ਸਕਦੀ। ਹਿਊਮਿਲਿਟੀ ਬੜੀ ਵੱਡੀ ਇਹ ਵਰਚੂ ਕੁਆਲਿਟੀ ਹੈ ਸਿੱਖ ਵਿੱਚ, ਜਿਸ ਤੋਂ ਬਿਨਾਂ ਸਾਡੀ ਸਪਿਰਿਚੁਅਲ ਪ੍ਰੋਗਰੈਸ ਪੋਸੀਬਲ ਹੀ ਨਹੀਂ ਹੈ। ਹੰਬਲਨੈਸ, ਹਿਊਮਿਲਿਟੀ। ਸੇਵਾ ਤੋਂ ਬਗੈਰ ਗਰੀਬੀ ਨਹੀਂ ਆ ਸਕਦੀ, ਭਾਵੇਂ ਕੋਈ ਕਿਤਨਾ ਵੀ ਅਭਿਆਸੀ ਕਿਉਂ ਨਾ ਹੋਏ। ਦੇਹ ਅਭਿਮਾਨ ਨਹੀਂ ਟੁੱਟਦਾ ਤੇ ਆਤਮ ਪਦ ਦੀ ਪ੍ਰਾਪਤੀ ਨਹੀਂ ਹੋ ਸਕਦੀ। ਸਾਧ ਸੰਗਤ ਜੀ, ਸੇਵਾ ਬਹੁਤ ਜ਼ਰੂਰੀ ਹੈ। ਕਿਹੜੀ ਸੇਵਾ? ਜਿਹੜੀ ਸੇਵਾ ਗੁਰੂ ਗ੍ਰੰਥ ਸਾਹਿਬ ਵਿੱਚ ਲਗਭਗ ਹਰ ਅੰਗ ਤੇ ਪ੍ਰਦਰਸ਼ਿਤ ਹੈ, ਉਹ ਸੇਵਾ ਹੈ ਮਨ ਦੀ ਸੇਵਾ। ਆਪਣੇ ਆਪ ਨੂੰ ਵੇਚ ਦੇਣਾ ਹੈ, ਸਬਮਿਟ ਕਰ ਦੇਣਾ ਹੈ ਗੁਰੂ ਸਾਹਿਬ ਨੂੰ। अपनी हस्ती मिटा देनी है, मैं खत्म कर देनी है। वो ह्यूमिलिटी किवें आएगी? अपने आप ਨੂੰ सबमिट करके गुरु साहब ਨੂੰ। मन बेचे सतगुर के पास, तिस सेवक के कारज रास। सो साध संगत जी, ये जो महापुरुषां ने अध्यात्म ਦਾ ਰਸਤਾ ਦਾਸ ਨੂੰ ਉਹਨਾਂ ਦੇ ਚਰਨਾਂ ਵਿੱਚ ਰਹਿ ਕੇ ਜੋ ਥੋੜਾ ਬਹੁਤ ਸਮਝ ਆਇਆ ਹੈ, ਆਪ ਜੀ ਨਾਲ ਸ਼ੇਅਰ ਕਰ ਰਹੇ ਸੀ। ਮਹਾਪੁਰਸ਼ਾਂ ਨੇ ਤੇ ਦੋ ਮੈਥਮੈਟੀਕਲ ਇਕੁਏਸ਼ਨਸ ਸਾਨੂੰ ਦੱਸ ਦਿੱਤੀਆਂ ਸੀਗੀਆਂ। ਮੈਨ ਮਾਈਨਸ ਈਗੋ ਇਕੁਅਲਸ ਗॉड। ਅਧਿਆਤਮ ਦੀ ਜੋ ਪਰਿਭਾਸ਼ਾ ਸਿੱਖ ਧਰਮ ਵਿੱਚ ਹੈ, ਸਪਿਰਿਚੁਅਲਿਟੀ ਕੀ ਹੈ, ਇਸ ਇਕੁਏਸ਼ਨ ਵਿੱਚ ਦਰਜ ਹੈ। ਅਸੀਂ ਈਗੋ ਖਤਮ ਕਰ ਲਈਏ, दुविधा छोड़ भये निरंकारी। शेड डुअलिटी, यू आर गॉड। ये डेफिनेशन है अध्यात्म दी। और वो ईगो खत्म किवें होएगी? दो सानू पिलर दस दिते हैं, सिमरन ते सेवा, दोनों नाल नाल चलने हैं। सोदत सोदत सोद विचारा, बिन हर भजन नहीं छुटकारा। हौमे तो छुटकारा नहीं मिलेगा हरि भजन करन तो बिना, सेवा करन तो बिना। सेवा करत होए नेह कामी, कोई कामना नहीं रहेगी। सेवा करते जावांगे, ह्यूमिलिटी आती जाएगी। अपने आप को
ਚਰਨ ਧੂੜ ਸਮਝਣਾ ਹੈ ਸੰਗਤ ਦੀ, ਆਪਣੇ ਆਪ ਨੂੰ ਨੀਵਾਂ ਸਮਝਣਾ ਹੈ, ਆਪਣੇ ਆਪ ਨੂੰ ਗੁਰੂ ਘਰ ਦਾ ਕੂਕਰ ਸਮਝਣਾ ਹੈ। ਜੇ ਅਸੀਂ ਉਹ ਭਾਵਨਾ ਲੈ ਕੇ ਸੇਵਾ ਕਰਦੇ ਚਲੇ ਜਾਵਾਂਗੇ, ਹੌਲੇ ਹੌਲੇ ਸਾਨੂੰ ਸਮਝ ਆ ਜਾਏਗਾ। ਸਾਡਾ ਟੈਸਟ ਕੀ ਹੋਏਗਾ? ਟੈਸਟ ਵੀ ਸੰਤਾਂ ਨੇ ਦੱਸਿਆ ਸੀ। ਗ੍ਰਸਥ ਜੀਵਨ ਵਿੱਚ ਰਹਿ ਕੇ ਸਾਨੂੰ ਪਤਾ ਚੱਲ ਜਾਂਦਾ ਹੈ ਕਿ ਅਸੀਂ ਅਧਿਆਤਮਕ ਜੀਵਨ ਤੇ ਕਿਤਨਾ ਅੱਗੇ ਵਧੇ ਹਾਂ। ਉਹ ਟੈਸਟ ਹੈ ਬੋਲ ਕਬੋਲ ਸਾਰਨਾ ਤਪਾਂ ਸਿਰ ਤਪ ਹੈ। ਸਾਨੂੰ ਜੇ ਕੋਈ ਕੜਵਾ ਬੋਲ ਦਿੰਦਾ ਹੈ, ਅਸੀਂ ਉਸ ਦੇ ਨਾਲ ਕਿਤਨੇ ਅਪਸੈਟ ਹੋ ਜਾਂਦੇ ਹਾਂ। ਸਾਨੂੰ ਰੋਜ਼ ਪਤਾ ਚੱਲ ਜਾਂਦਾ ਜੀਵਨ ਜੀਂਦੇ ਹਾਂ ਕਿ ਮੇਰੀ ਹਉਮੈ ਕਿੱਥੇ ਖੜੀ ਹੈ। ਜ਼ਰਾ ਜੀ ਹਉਮੈ ਨੂੰ ਠੋਕਰ ਲੱਗਦੀ ਹੈ, ਅਸੀਂ ਰਿਐਕਟ ਕਰ ਜਾਂਦੇ ਹਾਂ, ਇੱਕਦਮ ਜਵਾਬ ਦਿੰਦੇ ਹਾਂ। ਜਦ ਸੰਤ ਤੇਜਾ ਸਿੰਘ ਜੀ ਮਹਾਰਾਜ ਮਾਸਟਰਸ ਦੀ ਡਿਗਰੀ ਲੈ ਕੇ ਹਾਰਵਰਡ ਤੋਂ ਵਾਪਸ ਪਹੁੰਚੇ, ਮਸਤੂਆਣਾ ਸਾਹਿਬ ਸੰਤਾਂ ਦੇ ਚਰਨਾਂ 'ਚ ਹਾਜ਼ਰ ਹੋ ਗਏ। ਸੰਤ ਅਤਰ ਸਿੰਘ ਮਹਾਰਾਜ ਜੀ ਨੇ ਪੁੱਛਿਆ, ਤੇਜਾ ਸਿੰਘ ਜੀ ਡਿਗਰੀ ਲੈ ਆਏ ਹੋ? ਸੰਤਾਂ ਨੇ ਬੜੇ ਹਲੀਮੀ ਨਾਲ ਪ੍ਰੇਮ ਨਾਲ ਕਿਹਾ, ਜੀ ਮਹਾਰਾਜ ਆਪ ਜੀ ਦੀ ਬਖਸ਼ਿਸ਼ ਹੋ ਗਈ ਹੈ, MA ਦਾ ਡਿਗਰੀ ਮਿਲ ਗਈ ਹੈ। ਸੰਤਾਂ ਨੇ ਅਚਾਨਕ ਸਿੱਧੇ ਹੋ ਕੇ ਬੈਠ ਗਏ, ਚਿਹਰਾ ਜਲਾਲ ਨਾਲ ਭਰ ਗਿਆ ਤੇ ਬੋਲੇ, ਤੇਜਾ ਸਿੰਘ ਜੀ ਦੁਨਿਆਵੀ ਯੂਨੀਵਰਸਿਟੀ ਦੀ ਡਿਗਰੀ ਤਾਂ ਤੁਸੀਂ ਲੈ ਲਈ ਹੈ, ਗੁਰੂ ਨਾਨਕ ਦੀ ਯੂਨੀਵਰਸਿਟੀ ਦੀ ਡਿਗਰੀ ਤੁਹਾਨੂੰ ਉਸ ਵੇਲੇ ਮਿਲੇਗੀ ਜਿਸ ਵੇਲੇ ਤੁਸੀਂ ਲੰਗਰ ਵਿੱਚ ਬੈਠੇ ਪ੍ਰਸ਼ਾਦਾ ਛਕ ਰਹੇ ਹੋਗੇ ਤੇ ਪਿੱਛੋਂ ਆ ਕੇ ਕੋਈ ਠੁੱਡਾ ਮਾਰੇਗਾ ਤੇ ਕਹੇਗਾ ਤੂੰ ਪਖੰਡੀ ਹੈ, ਸੇਵਾ ਨਹੀਂ ਕਰਦਾ, ਸਾਰਾ ਦਿਨ ਖਾਂਦਾ ਰਹਿੰਦਾ ਹੈ, ਤੇ ਤੁਹਾਡੇ ਹਿਰਦੇ ਵਿੱਚ ਉਸ ਦੇ ਪ੍ਰਤੀ ਜ਼ਰਾ ਜਿਹੀ ਵੀ ਘ੍ਰਿਣਾ ਦੀ ਲਹਿਰ ਵੀ ਨਹੀਂ ਦੌੜੇਗੀ। ਇਹ ਸਾਡਾ ਆਬਜੈਕਟਿਵ ਹੈ ਜਿੱਥੇ ਅਸੀਂ ਪਹੁੰਚਣਾ ਹੈ ਕਿ ਮਨ ਬਿਲਕੁਲ ਸ਼ਾਂਤ ਹੋ ਜਾਏ, ਬਿਲकुल काबू च आ जाए। जब हम होते तब तू नाही, अब तू ही मैं नाही, अनल अगम जैसे लहर में ओदद, जल केवल जल माही। उस तरह शांत हो जावांगे जब अंदर परमात्मा वस जाएगा, साढ़े फुरने खत्म हो जाएंगे। साध संगत जी यही ऑब्जेक्टिव लैके संत जी महाराज जी ने, संत अतर सिंह महाराज जी ने 1904 ਵਿੱਚ 1905 ਵਿੱਚ ਉਸਦੇ ਆਸ-ਪਾਸ ਇਹ ਸਾਡੀ ਜੋ ਕਲਗੀਧਰ ਟਰਸਟ ਹੈ ਉਸ ਦਾ ਸੰਤਾਂ ਨੇ ਇਹ ਮਿਸ਼ਨ ਸਟੇਟਮੈਂਟ ਦੱਸ ਦਿੱਤੀ ਸੀ ਕਿ ਕਿਸੇ ਨੇ ਪੁੱਛਿਆ ਸੀ ਕਿ ਮਹਾਰਾਜ ਸ਼ਾਂਤੀ ਕਿਵੇਂ ਆਏਗੀ ਦੁਨੀਆ ਵਿੱਚ। ਸੰਤਾਂ ਨੇ ਕਿਹਾ ਜਦ ਅਸੀਂ ਹਰ ਬੱਚੇ ਦੇ ਹਿਰਦੇ ਵਿੱਚ ਗੁਰੂ ਨਾਲ ਪਿਆਰ ਦੀ ਭਾਵਨਾ ਜੋੜ ਦੇਵਾਂਗੇ, शांति उस वेले आएगी। हर पिंड विच जब सवेरे अमृत वेले बाल्टियां खड़कनगियां, प्रेमी उठ के भगती करनगे, नाम जपणगे, उस वेले शांति आएगी। संत जी महाराज आप पढ़े लिखे नहीं सी, किसी स्कूल विच नहीं सी गए, पर विजन इतनी क्लीयर सी कि आने वाला जो युग है वो साइंस का युग है, ते जे असी साइंसदानां नूं अध्यात्म नाल नहीं जोड़िया, उन्हां दे हिरदे विच प्यार करुणा दया दी भावना नहीं पैदा कीती, ते ऐसी काडां कड्डणगे लालच विच आके जिस नाल दुनिया कई बारी नष्ट हो जाएगी। दिस इज व्हाट हैपेंड एट द एंड ऑफ सेकेंड वर्ल्ड वॉर, फर्स्ट हिरोशिमा दैन नागासाकी। अज भी असी उसका हरजान भुगत रहे हैं। सो साध संगत जी उन्होंने एक अनोखा एक रस्ता स्थापित किया विद्या का, जिसकी बुनियाद अध्यात्मिक विद्या होएगी। द फाउंडेशन ऑफ ऑल एजुकेशन हैज टू बी स्पिरिचुअल वैल्यूज इन द चाइल्ड। दया, धर्म, करुणा, कंपैशन तो बिना जे असी एजुकेशन दे रहे हैं तो एजुकेशन नहीं है, केवल निर्वाह करन दा साधन है। गुरु साहब कहते हैं पढ़िया मूर्ख आखिए जित लब लोभ अहंकार, that literate man is a fool who is mired in attachment, greed and vanity। नाल ही महाराज बख्शिश करते हैं विद्या विचारी ता पर उपकारी। The foundation of education will be judged the result of being educated। What is being educated all about? ਉਹ ਅਸੀਂ ਤਾਂ ਹੀ ਜੱਜ ਕਰ ਪਾਵਾਂਗੇ ਜੇ ਉਹ ਵਿਅਕਤੀ ਉਹ ਨੌਲੇਜ ਲੈਣ ਤੋਂ ਬਾਅਦ ਉਸ ਨੌਲੇਜ ਨੂੰ ਪਰਉਪਕਾਰ ਵਿੱਚ ਲਗਾ ਰਿਹਾ ਹੈ।
चाहे कोई कारपेंटर है, चाहे कोई कॉबलर है, चाहे कोई कार्डियक सर्जन है, हार्ट दी नाड़ियां चल रहा है। एजुकेटेड उसनों ਤਾਂ ਹੀ ਕਵਾਂਗੇ ਜੋ ਜੇ ਉਹ ਇਸ ਨੌਲੇਜ ਨੂੰ ਪਰਉਪਕਾਰ ਵਾਸਤੇ ਇਸਤੇਮਾਲ ਕਰ ਰਿਹਾ। ਸੋ ਸਾਧ ਸੰਗਤ ਜੀ, ਮਹਾਪੁਰਸ਼ਾਂ ਨੇ ਇਹ ਸਕੂਲ ਪਹਿਲਾ ਖੋਲ੍ਹਿਆ ਸੀ 1906 ਵਿੱਚ। ਨਾਲੇ ਆਦੇਸ਼ ਦਿੱਤਾ ਸੀ ਆਪਣੇ ਸੇਵਕ ਸੰਤ ਤੇਜਾ ਸਿੰਘ ਮਹਾਰਾਜ ਜੀ ਨੂੰ ਕਿ ਹਿਮਾਲਿਆ ਪਰਬਤ ਵਿੱਚ ਇੱਕ ਐਸਾ ਸਥਾਨ ਹੈ ਜਿੱਥੋਂ ਕਿ ਬੱਚੇ ਬੱਚੀਆਂ ਅਧਿਆਤਮਕ ਤੇ ਦੁਨਿਆਵੀ ਵਿੱਦਿਆ ਲੈ ਕੇ ਸ਼ਾਂਤੀ ਦਾ ਮੈਸੇਜ ਪੂਰੀ ਦੁਨੀਆ ਵਿੱਚ ਦੇਣਗੇ। ਆਪ ਜੀ ਨੇ ਆਪਣੇ ਸੇਵਕ ਬਾਬਾ ਇਕਬਾਲ ਸਿੰਘ ਜੀ ਤੋਂ ਤੇ ਉਹਨਾਂ ਦੇ ਗੁਰਭਾਈ ਡਾਕਟਰ ਖੇਮ ਸਿੰਘ ਜੀ ਪਾਸੋਂ ਬੜੂ ਸਾਹਿਬ ਦੀ ਪਵਿੱਤਰ ਧਰਤੀ ਪ੍ਰਗਟ ਕਾਈ 1956 ਵਿੱਚ। ਬਾਬਾ ਜੀ ਸੰਤਾਂ ਦੇ ਹੁਕਮ ਅਨੁਸਾਰ ਹਿਮਾਚਲ ਪ੍ਰਦੇਸ਼ ਵਿੱਚ ਐਗਰੀਕਲਚਰ ਡਿਪਾਰਟਮੈਂਟ ਦੀ ਨੌਕਰੀ ਕਰਦੇ ਰਹੇ ਤੇ 1986 ਵਿੱਚ ਰਿਟਾਇਰ ਹੋਣ ਤੋਂ ਬਾਅਦ 5 ਬੱਚਿਆਂ ਨਾਲ ਅਕਾਲ ਅਕੈਡਮੀ ਬੜੂ ਸਾਹਿਬ ਸਥਾਪਿਤ ਕੀਤਾ ਸੀ, ਜਿੱਥੇ ਇਹ ਯੂਨੀਕ ਉਹਨਾਂ ਨੇ ਜੋ ਆਦੇਸ਼ ਸੀ ਸੰਤਾਂ ਦਾ ਉਸ ਨੂੰ ਇੰਪਲੀਮੈਂਟ ਕੀਤਾ। ਅਧਿਆਤਮਿਕ ਵਿਦਿਆ, ਅਧਿਆਤਮਿਕ ਗਿਆਨ ਦੇਣਾ ਇਸ ਵਿਦਿਆ ਦੀ ਫਾਊਂਡੇਸ਼ਨ ਸੀ। ਉਸ ਦੇ ਉੱਪਰ ਦੁਨਿਆਵੀ ਵਿਦਿਆ ਦਾ ਐਡੀਫਿਸ ਇਰੈਕਟ ਕੀਤਾ ਗਿਆ। ਅੱਜ ਇਸ ਤਰ੍ਹਾਂ ਦੇ ਸਿਸਟਮ ਵਿੱਚ 129 ਸਕੂਲ ਚੱਲ ਰਹੇ ਹਨ। ਸਾਰਿਆਂ ਦਾ ਆਬਜੈਕਟਿਵ ਇਹੀ ਹੈ, ਇੱਕੋ ਹੀ ਆਬਜੈਕਟਿਵ ਹੈ, ਅੱਛੇ ਇਨਸਾਨ ਪੈਦਾ ਕਰਨਾ ਜਿਨ੍ਹਾਂ ਦੇ ਮਨ ਵਿੱਚ ਪਿਆਰ ਹੈ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਓਨਲੀ ਦੋਜ਼ ਵਿਲ ਮੀਟ ਆਲਮਾਈਟੀ ਹੂ ਹੈਵ ਲਵ ਇਨ देयर ਹਾਰਟ। ਕਾਰਡਿਨਲ ਰਿਕੁਆਇਰਮੈਂਟ ਹੈ ਸਾਧ ਸੰਗਤ ਜੀ, ਅੰਦਰ ਮਨ ਸਾਡੇ ਪ੍ਰੇਮ ਹੋਣਾ ਚਾਹੀਦਾ। ਸੋ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਨ ਬੱਚਿਆਂ ਵਿੱਚ 70,000 ਬੱਚੇ ਇਨ ਸਕੂਲਾਂ ਵਿੱਚ ਪੜ੍ਹ ਰਹੇ ਹਨ। ਤਕਰੀਬਨ 105 ਸਕੂਲ ਪੰਜਾਬ ਵਿੱਚ ਹਨ, ਬਾਕੀ ਸਕੂਲ ਹਰਿਆਣਾ, ਰਾਜਸਥਾਨ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼ ਵਿੱਚ ਹਨ। ਜੋ ਇਸ ਸਮੇਂ ਪੰਜਾਬ ਦੀ ਪ੍ਰੋਬਲਮ ਸਾਡੇ ਸਾਹਮਣੇ ਆ ਰਹੀ ਹੈ, ਲੈਂਡ ਹੋਲਡਿੰਗਸ ਬਹੁਤ ਛੋਟੀਆਂ ਹੋ ਗਈਆਂ ਹਨ ਕਿਸਾਨ ਵੀਰਾਂ ਦੀਆਂ, ਸਸਟੇਨੇਬਲ ਨਹੀਂ ਰਹੀਆਂ। 85% of land holdings are less than 3 acres, 2.5 acres. Sustenance possible नहीं है। So ਜਿਹੜੀ ਅਸੀਂ ਫੀਸ ਚਾਰਜ ਕਰ ਰਹੇ ਹਾਂ ਆਪਣੇ ਬੱਚਿਆਂ ਤੋਂ 2,500-3 ਹਜ਼ਾਰ ਰੁਪਏ ਮਹੀਨੇ ਦੇ, ਉਹ ਪੂਰੀ ਨਹੀਂ, ਉਹ ਦੇ ਹੀ ਨਹੀਂ ਪਾ ਰਹੇ ਹਨ। 70,000 ਬੱਚਾ ਪੜ੍ਹ ਰਿਹਾ, ਸਾਡੇ ਕੋਲ ਇਨਫਰਾਸਟ੍ਰਕਚਰ ਹੈ ਤਕਰੀਬਨ 1,00,000-1.25 ਬੱਚੇ ਪੜ੍ਹਾਉਣ ਦਾ। ਜੇ ਸੰਗਤ ਉਪਰਾਲਾ ਕਰੇ, ਜੋ ਬਾਕੀ ਬੱਚੇ ਅਸਿਸਟਡ ਐਜੂਕੇਸ਼ਨ ਲੱਭ ਰਹੇ ਹਨ ਤੇ ਹੋਰ 30-40 ਹਜ਼ਾਰ ਬੱਚੇ ਪੜ੍ਹਾਏ ਜਾ ਸਕਦੇ ਹਨ ਇਸੀ ਇਨਫਰਾਸਟ੍ਰਕਚਰ ਦੇ ਨਾਲ। ਸਾਡੀ ਜੋ ਐਜੂਕੇਸ਼ਨ ਹੈ ਉਹ ਬੜੀ ਟੌਪ ਕੁਆਲਿਟੀ ਦੀ ਹੈ। ਮਾਈਨੋਰਿਟੀਜ਼ ਕੈਨ ਨਾਟ ਸਰਵਾਈਵ ਵਿਦਆਊਟ ਐਕਸਲੈਂਸ। ਸੋ ਸਾਧ ਸੰਗਤ ਜੀ, ਸਾਡਾ ਸਾਰਿਆਂ ਦਾ ਇਹ ਫਰਜ਼ ਹੈ ਕਿ ਅਸੀਂ ਆਪਣੇ ਬੱਚੇ ਸੰਭਾਲ ਲਈਏ। ਬੱਚੇ ਕੌਮ ਦੇ ਸੰਭਾਲਣੇ ਬਹੁਤ ਜ਼ਰੂਰੀ ਹਨ, ਇੱਥੇ ਵੀ ਤੇ ਪੰਜਾਬ ਦੇ ਵੀ। ਜੋ ਸਪੈਸ਼ਲੀ ਬਾਰਡਰ ਡਿਸਟ੍ਰਿਕਟਸ ਹਨ ਸਾਡੀਆਂ, ਫਿਰੋਜ਼ਪੁਰ, ਫਾਜ਼ਿਲਕਾ, ਤਰਨਤਾਰਨ, ਅੰਮ੍ਰਿਤਸਰ, ਪਠਾਨਕੋਟ, ਗੁਰਦਾਸਪੁਰ, ਇੱਥੇ ਇੱਕ ਹੋਰ ਸਮੱਸਿਆ ਆ ਗਈ ਹੈ। ਬਹੁਤ ਬੈਕਵਰਡ ਏਰੀਆਜ਼ ਹਨ, ਡਿਵੈਲਪਮੈਂਟ ਨਹੀਂ ਹੋਈ, ਇੰਡਸਟਰੀ ਨਹੀਂ ਐਸਟੈਬਲਿਸ਼ ਹੋਈ। ਇੱਥੇ ਗੁਰਬਤ ਵਿੱਚ ਇਹ ਲੋਕ ਰਹਿ ਰਹੇ ਹਨ। ਇਹਨਾਂ ਨੂੰ ਹੈਲਪ ਕਰਨ ਵਾਸਤੇ ਕ੍ਰਿਸਚੀਅਨ ਮਿਸ਼ਨਰੀਜ਼ ਉੱਥੇ ਪਹੁੰਚ ਗਏ ਹਨ, ਉਹਨਾਂ ਨੂੰ ਸਪੋਰਟ ਦੇ ਰਹੇ ਹਨ ਤੇ ਕਨਵੈਂਟ ਸਕੂਲਾਂ ਵਿੱਚ ਬੱਚਿਆਂ ਨੂੰ ਦਾਖਲ ਕਰ ਰਹੇ ਹਨ। ਗ੍ਰੈਜੂਅਲੀ, ਇੰਪਰਸੈਪਟਿਬਲੀ ਸਾਡੇ ਸਿੱਖ ਬੱਚੇ ਈਸਾਈ ਬੰਦੇ ਜਾ ਰਹੇ ਹਨ। ਸਾਡੇ ਵਾਸਤੇ, ਕਮਿਊਨਿਟੀ ਵਾਸਤੇ ਇਹ ਬਹੁਤ ਵੱਡਾ ਸਾਡੇ ਸਾਹਮਣੇ ਚੈਲੰਜ ਹੈ। ਸਾਧ ਸੰਗਤ ਜੀ, ਦਾਸ ਹੱਥ ਮੰਨ ਕੇ ਸਾਰਿਆਂ ਸਮੁੱਚੇ ਹੀ ਸੰਗਤ ਅੱਗੇ, ਸਾਰਿਆਂ ਅੱਗੇ ਇਹੀ ਬੇਨਤੀ ਕਰੇਗਾ ਕਿ ਅਸੀਂ ਆਪਣੇ ਬੱਚਿਆਂ ਤੋਂ ਇਲਾਵਾ ਇਨ ਬੱਚਿਆਂ ਨੂੰ ਵੀ ਸੰਭਾਲਣਾ ਹੈ। ਇੱਥੇ ਵੀ ਅਸੀਂ ਆਪਣੇ ਬੱਚਿਆਂ ਨੂੰ ਸੰਭਾਲੀਏ, ਬੱਚਿਆਂ ਨੂੰ ਵਿਰਸੇ ਨਾਲ ਜੋੜੀਏ। ਇੱਕ ਹੋਰ ਮਾਈਨੋਰਿਟੀ ਕਮਿਊਨਿਟੀ ਹੈ ਦੁਨੀਆ ਵਿੱਚ ਜਿਨ੍ਹਾਂ ਨੇ ਸਕਸੈਸਫੁਲੀ ਆਪਣੇ ਆਪ ਨੂੰ ਐਸਟੈਬਲਿਸ਼ ਕਰ ਲਿਆ, ਉਹ ਹੈ ਯਹੂਦੀ ਜਿਊਜ਼। ਸੈਕੰਡ ਵਰਲਡ ਵਾਰ ਤੋਂ ਬਾਅਦ 65 ਲੱਖ ਯਹੂਦੀ ਸ਼ਹੀਦ ਕੀਤੇ ਸੀ ਹਿਟਲਰ ਨੇ। ਕੌਮ ਹਤਾਸ਼ ਨਹੀਂ ਹੋਈ।
उन्होंने निर्णय ले लिया कि बच्चे पैदा करना माता पिता का फर्ज है, बच्चों को एजुकेट करना पूरी कौम का फर्ज है, पूरी कम्यूनिटी का फर्ज है। उन्होंने जूविश एजुकेशन फंड एस्टैब्लिश किया ते ऐलान कर दिता कि कोई भी जू बच्चा इस करके विद्या तो वांझा नहीं रहेगा कि उसको माइक सपोर्ट नहीं है, रिसोर्स नहीं है। अज असी उसका रिजल्ट देख रहे हाँ 40 साल बाद। छोटा जा बच्चा होंदा है 3 साल का, उसनों हिब्रू भाषा सिखा दी जाती है। बड़े पैशनेट हैं अपने लीनिएज वाल, अपने कल्चर वाल, अपनी लैंग्वेज वाल, अपने स्क्रिप्चर्स वाल। 3 साल का बच्चा हिब्रू सीख लैंदा है, 5 साल का बच्चा जो उन्होंने रिलीजियस स्क्रिप्चर्स हैं टोरा उसनों पढ़ना शुरू कर देता है। 6-7 साल का बच्चा जो उन्होंने वीकली कॉन्ग्रीगेशन है शब्द उत्थे जाके पार्टिसिपेट करता है, डिस्कशन करता है। रस्ता सानू दिख गया है। उन्होंने कौम संभाली सी 1950 विच, अज देखिए किथे पहुंचे हुए हैं। USA दी टॉप 100 अगर असी कंपनीज देखिए फॉर्चून 500 चों ते उन्हां चों 30% CEOs यहूदी हैं। असी भी ये कर सकते हैं। क्वालिटी एजुकेशन देन नाल, कम्यूनिटी की सपोर्ट नाल बहुत समा असी नष्ट कर लिया है। ड्राइंग रूम डिस्कशनस विच क्रिटिसाइज करके भी फलानी संस्था कुछ नहीं कर रही, फलानी कुछ नहीं कर रही। हुण समा आ गया असी अपने आप को संभालीए, असी अपना कंट्रीब्यूट करने लग पईए, असी अडॉप्ट कर लिए इन बच्चों को जो अफोर्ड नहीं कर पा रहे हैं। यही एक कोई तरीका है। दास ये भी शेयर करना चाहेगा कि साडे स्कूलों में बड़ी हाई क्वालिटी एजुकेशन दी जा रही है। जब CBSE के रिजल्ट निकलते हैं तो ऑलमोस्ट इन एवरी डिस्ट्रिक्ट जिथे अकाल अकेडमी सिचुएटेड है, लोकेटेड है, CBSE का डिस्ट्रिक्ट टॉपर शहर का बच्चा नहीं होंदा, साडे पिंडां चों निकले बच्चे होंदे हैं। पिछले साल जो इस साल अप्रैल 2022 में जो एग्जाम होया सी CBSE का, साडे रिमोट पिंड की बच्ची माता पिता अनपढ़ हैं, वो पूरे पंजाब विच 99.2% मार्क्स लैके सैकेंड आई सी। इसी तरह पूरे हिमाचल प्रदेश में एक बच्ची बड़ू साहब की पढ़ी हुई वो भी सैकेंड आई है। सो ये एक्सीलेंस असी एजुकेशन की दे रहे हैं। एक होर जो चैलेंज सामने आ रहा है पंजाब में, दास बस 2 मिनट लैके समाप्ति करेगा, वो है कि साडे बच्चे 12वीं पास करन तो बाद ही ब्राइट ब्रिलियंट बच्चे कैनेडा भज रहे हैं। उत्थे आके वो क्लास 4 जॉब्स ले रहे हैं। 5 साल ऐसे पीयर ग्रुप में रहते हैं कि उस तो बाद विद्या लैन की उन्होंने खिच ही खत्म हो जाती है। ये साडा एक नवा चैलेंज आ रहा है। इसनों फेस करने वास्ते असी 2 यूनिवर्सिटियां सैटअप कीतियां हैं। एक अकाल यूनिवर्सिटी तलवंडी साहबों मल्टी फैकल्टी यूनिवर्सिटी हैं, दूसरी केवल लड़कियां वास्ते बड़ो साहिब विच। सो दास फिर हथ बन के बेनती करेगा कि असी ये बच्चों को सपोर्ट करिए। इस संस्था के ऊपर जो कर्जा अजय भी 30 करोड़ कर्जा है, असी 2007 तो लैके 2015 तक 100 स्कूल खोले सी, 2 यूनिवर्सिटियां बनाइया सी। ये सारा कारज करदिया होया बहुत 110 करोड़ कर्जा लिया सी, जिसों 80 करोड़ असी वापस कर देता है। सो जिस तरह संगत की श्रद्धा है, दास बेनती करेगा 2 मिनट वास्ते मुक्ता भैन जी नाल बैठे हुए हैं, ये आप जी को सारा जानू करवा देंगे कि किस तरह आप जी कंट्रीब्यूट कर सकते हो, सेवा कर सकते हो। इन्ना कहता होया दास आप जी तो भुल चुक की खिमा मंगता है, आप जी तो भिक्षा मंगता है कि आप जी असीस दो। इसी तरह गरीबी नाल, हलीमी नाल, ह्यूमिलिटी नाल सारे सेवादार बड़ू साहिब दे संगत की सेवा, पंथ की सेवा करते रहें ते अपना जीवन सफला कर सकिए। देहो सज्जन असीसड़िया जो होवे साहिब स्यो मेल। वाहिगुरु जी का खालसा, वाहिगुरु जी की फतेह। साध संगत जी असी एक बच्चे की जड़ी स्पॉन्सरशिप हैगी है $500 हैगी है, विच इनकलूड्स बुक्स, यूनीफॉर्म, ट्रांसपोर्टेशन ते स्कूल फीस ते ट्यूशन फीस। सो एक साल का $500 एक बच्चे की पढ़ाई का खर्चा हैगा वे।
ਤੇ $4000 ਇੱਕ ਬੱਚੇ ਦੀ ਕੰਪਲੀਟ ਐਜੂਕੇਸ਼ਨ ਫਰੋਮ ਕਿੰਡਰਗਾਰਟਨ ਤੋਂ ਲੈ ਕੇ 12th ਗ੍ਰੇਡ ਤੱਕ ਆਪਾਂ ਸਪਾਂਸਰ ਕਰ ਸਕਦੇ ਹਾਂ। ਸੋ ਉਹ ਜਿਹੜਾ $4000 ਹੈ ਉਹ ਬੈਂਕ 'ਚ ਡਿਪੋਜ਼ਿਟ ਹੋ ਜਾਂਦਾ ਹੈ, ਇੰਡੋਮੈਂਟ ਫੰਡ ਹੈ ਉਹਦੇ ਰੇਟ ਆਫ ਇੰਟਰਸਟ ਦੇ ਨਾਲ ਜਿਹੜਾ ਹੈਗਾ ਕਿ ਬੱਚੇ ਦੀ ਪੂਰੀ ਪੜ੍ਹਾਈ ਜਿਹੜੀ ਹੈ ਕੰਪਲੀਟ ਹੋ ਜਾਂਦੀ ਹੈ। 14 ਸਾਲ ਬਾਅਦ ਜਾ ਕੇ ਉਸੇ ਫੰਡ ਦੇ ਉੱਤੇ ਦੂਸਰਾ ਬੱਚਾ ਜਿਹੜਾ ਕਿ ਅਸਾਈਨ ਕਰ ਦਿੱਤਾ ਜਾਂਦਾ ਹੈ। ਸੋ ਉਹ ਲਾਈਫ ਟਾਈਮ ਸਪਾਂਸਰਸ਼ਿਪ ਹੈ ਕਿ ਤੁਹਾਡੇ ਉਸ ਡੋਨੇਸ਼ਨ ਦੇ ਉੱਤੇ ਆਲਵੇਜ਼ ਇੱਕ ਬੱਚੇ ਨੇ ਪੜ੍ਹਦੇ ਰਹਿਣਾ ਹੈ। ਤੇ ਜੇ ਅਸੀਂ ਹਰ ਸਾਲ ਕਰਨਾ ਹੈ ਤੇ ਫਿਰ $500 ਜਿਹੜਾ ਵੇ 1 ਸਾਲ ਦਾ ਹੈਗਾ। ਫਿਰ ਨੈਕਸਟ ਈਅਰ ਤੁਹਾਨੂੰ ਈਮੇਲ ਦੇ ਉੱਤੇ ਲਿੰਕ ਆ ਜਾਂਦਾ ਪੇਪਾਲ ਦਾ, ਤੇ ਤੁਹਾਨੂੰ ਈਮੇਲ ਆ ਜਾਂਦੀ ਹੈ ਕਿ ਬੱਚੇ ਦੀ ਫੀਸ ਜਿਹੜੀ ਹੈ ਕਿ ਡਿਊ ਹੈਗੀ ਹੈ ਤੇ ਤੁਸੀਂ ਪਲੀਜ਼ ਜਿਹੜੀ ਹੈ ਕਿ ਫੀਸ ਬੱਚੇ ਦੀ ਭਰ ਦਿਓ। ਤੇ ਅਸੀਂ ਉਹਨੂੰ ਆਨਲਾਈਨ ਤੇ ਜਾ ਕੇ ਆਪਣੇ ਕ੍ਰੈਡਿਟ ਕਾਰਡ ਦੇ ਥਰੂ ਜਾਂ ਚੈੱਕ ਮੇਲ ਕਰਕੇ ਅਸੀਂ ਸੇਵਾ ਕਰ ਸਕਦੇ ਹਾਂ। ਤੇ ਸਾਧ ਸੰਗਤ ਜੀ, ਤੁਹਾਨੂੰ ਬੱਚੇ ਦੀ ਇਨਫੋਰਮੇਸ਼ਨ ਵੀ ਪ੍ਰੋਵਾਈਡ ਕੀਤੀ ਜਾਂਦੀ ਹੈ ਡੋਨਰ ਨੂੰ ਕਿ ਕਿਹੜੀ ਅਕਾਲ ਅਕੈਡਮੀ 'ਚ ਬੱਚਾ ਪੜ੍ਹ ਰਿਹਾ, ਬੱਚੇ ਦੀਆਂ ਫੋਟੋਜ਼, ਬੱਚੇ ਦੀ ਬੈਕਗਰਾਊਂਡ, ਪਲੱਸ ਤੁਹਾਨੂੰ ਬੱਚੇ ਦੀ ਪ੍ਰੋਗਰੈਸ ਰਿਪੋਰਟ, ਉਹਦੀ ਮਾਰਕ ਸ਼ੀਟਸ। ਤੁਹਾਨੂੰ ਇਸ ਤਰ੍ਹਾਂ ਫੀਲ ਹੁੰਦਾ ਹੈ ਕਿ ਜਿਵੇਂ 2 ਬੱਚੇ ਅਸੀਂ ਇੱਥੇ ਪੜ੍ਹਾ ਰਹੇ ਹਾਂ ਆਪਣੇ 3, ਤੇ ਅਸੀਂ 1-2 ਬੱਚੇ ਇੰਡੀਆ ਵਿੱਚ ਵੀ ਪੜ੍ਹਾ ਰਹੇ ਹਾਂ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ। ਤੇ ਬਾਕੀ ਥੈਂਕ ਯੂ। ਅਸੀਂ 541 ਹੈਗੇ ਹਾਂ, ਸਾਡੀ ਚੈਰਿਟੀ ਇੱਥੇ ਰਜਿਸਟਰ ਹੈਗੀ। ਅਸੀਂ ਕ੍ਰੈਡਿਟ ਕਾਰਡ ਵੀ ਲੈ ਰਹੇ ਹਾਂ, ਚੈੱਕਸ ਵੀ ਲੈ ਰਹੇ ਹਾਂ, ਕੈਸ਼ ਵੀ ਲੈ ਰਹੇ ਹਾਂ, ਡਾਇਰੈਕਟ ਡਿਪੋਜ਼ਿਟ ਵੀ ਆਪ ਜੀ ਕਰ ਸਕਦੇ ਹੋ। ਸੋ ਜਿਸ ਤਰ੍ਹਾਂ ਵੀ ਆਪ ਜੀ ਹੱਥ ਜੋੜ ਕੇ ਆਈਓ ਬੇਨਤੀ ਹੈ ਕਿ ਅਸੀਂ ਸਾਰੇ ਰਲ ਕੇ 1-1, 2-2, 5-5 ਜਿੰਨੇ ਬੱਚੇ ਅਸੀਂ ਸਮਰੱਥਾ ਰੱਖਦੇ ਹਾਂ ਤੇ ਅਸੀਂ ਰਲ ਕੇ ਸਪਾਂਸਰ ਕਰੀਏ ਤਾਂ ਕਿ ਸੰਸਥਾ ਹੋਰ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਐਡਮਿਸ਼ਨ ਵਾਸਤੇ ਲੈ ਕੇ ਆ ਸਕਣ। ਥੈਂਕ ਯੂ ਸੋ ਮਚ ਸ਼ਰਨਜੀਤ ਕੁਕਰੇਜਾ ਵੀਰ ਜੀ ਦਾ, ਸਾਰੀ ਗੁਰੂ ਘਰ ਦੀ ਕਮੇਟੀ ਦਾ, ਤੁਹਾਡੀ ਸਾਰੀਆਂ ਸੰਗਤਾਂ ਦਾ ਕਿ ਆਲਵੇਜ਼ ਜਿਹੜਾ ਹੈਗਾ ਕਿ ਕਲਗੀਧਰ ਟਰੱਸਟ ਦੇ ਵਿੱਚ ਜਿੰਨੇ ਵੀ ਸਕੂਲ ਬਣੇ, ਯੂਨੀਵਰਸਿਟੀ ਬਣੀ ਤੇ ਉਹਦੇ ਵਿੱਚ ਬਹੁਤ ਵੱਡਾ ਸਹਿਯੋਗ ਪਹਿਲੇ ਵੀ ਰਿਹਾ ਹੈ ਤੇ ਉਮੀਦ ਕਰਦੇ ਹਾਂ ਕਿ ਅੱਗੇ ਵੀ ਆਪਾਂ ਸਾਰੇ ਰਲ ਮਿਲ ਕੇ ਜਿੰਨਾ ਵੀ ਆਪਣਾ ਥੋੜ੍ਹਾ ਦਸਵੰਧ ਪਾ ਕੇ ਅਸੀਂ ਪੰਜਾਬ ਨੂੰ ਦੁਬਾਰਾ ਤੋਂ ਰੀਬੂਟ ਕਰ ਸਕੀਏ। ਬਾਬਾ ਇਕਬਾਲ ਸਿੰਘ ਜੀ ਕਹਿੰਦੇ ਹੁੰਦੇ ਸੀ ਕਿ ਤੂੰ ਸੰਗਤ ਨੂੰ ਕਿਹਾ ਕਰ ਕਿ ਆਪਣੇ ਬੱਚੇ ਪੜ੍ਹਾਉਣੇ ਤੇ ਸਾਡਾ ਫਰਜ਼ ਹੈ, ਅਸੀਂ ਉਹਨਾਂ ਨੂੰ ਪਾਲਣਾ ਪੋਸਣਾ ਕਿਉਂਕਿ ਪੈਦਾ ਕੀਤੇ ਨੇ, ਪਰ ਗੁਰੂ ਨਾਨਕ ਦੇ ਘਰ ਦੀ ਸੇਵਾ ਤੇ ਇਹ ਹੈਗੀ ਹੈ ਕਿ ਦੂਸਰਿਆਂ ਦੇ ਬੱਚਿਆਂ ਨੂੰ ਪੜ੍ਹਾਉਣਾ, ਉਹ ਅਸਲੀ ਗੁਰੂ ਨਾਨਕ ਦੇ ਘਰ ਦੀ ਸੇਵਾ ਹੈਗੀ ਹੈ। ਬਾਕੀ ਥੈਂਕ ਯੂ ਸੋ ਮਚ ਜਸ ਪੰਜਾਬੀ TV ਦਾ, ਪੈਨੀ ਜੀ ਦਾ ਪੂਰਾ 1 ਮਹੀਨੇ ਦਾ ਜਿਹੜਾ ਸਾਡਾ ਟੂਰ ਸੀਗਾ ਫਰੋਮ ਮਿਡ ਵੈਸਟ ਟੂ ਈਸਟ ਕੋਸਟ, ਉਹ ਅੱਜ ਸਾਡਾ ਬੋਸਟਨ ਦੇ ਵਿੱਚ ਲਾਸਟ ਦੀਵਾਨ ਹੈਗਾ ਵੇ। ਤੇ ਸੋ ਸਾਰੀਆਂ ਜਿਹੜੀਆਂ ਸੰਗਤਾਂ ਨੇ ਸਾਨੂੰ ਸਹਿਯੋਗ ਦਿੱਤਾ ਹੈਗਾ ਵੇ ਤੇ ਪੂਰੇ ਜੋ ਸਾਡਾ ਟੂਰ ਚੱਲ ਰਿਹਾ ਸੀ ਉਹਨਾਂ ਸਾਰਿਆਂ ਦਾ ਦਿਲ ਤੋਂ ਬਹੁਤ ਧੰਨਵਾਦ ਤੇ ਬੋਸਟਨ ਦੀਆਂ ਸੰਗਤਾਂ ਦਾ ਬਹੁਤ ਧੰਨਵਾਦ। ਤੇ ਉਮੀਦ ਕਰਦੇ ਹਾਂ ਕਿ ਅਸੀਂ ਜਿਹੜਾ ਹੈਗਾ ਵੇ ਕੀ ਨਾਮ ਹੈ ਅੱਗੋਂ ਵੀ ਆਪ ਜੀ ਦੀ ਸਾਨੂੰ ਸਪੋਰਟ ਮਿਲਦੀ ਰਹੇਗੀ ਤੇ ਜਿਹਦੇ ਨਾਲ ਅਸੀਂ ਹੀਰੇ ਦੇ ਜਿਹੜੇ ਸਾਡੇ ਕੌਮ ਦੇ ਹੀਰੇ ਨੇ ਉਹਨਾਂ ਬੱਚਿਆਂ ਨੂੰ ਅਸੀਂ ਐਜੂਕੇਸ਼ਨ ਦੇ ਸਕੀਏ। ਤੇ ਸਾਰੇ ਜਸ TV ਦੇਖ ਰਹੇ ਵਿਊਅਰ ਨੂੰ ਮੈਂ ਦੱਸਣਾ ਚਾਹਾਂਗੀ ਕਿ ਬਾਬਾ ਦਵਿੰਦਰ ਸਿੰਘ ਜੀ ਦਾ ਜਿਹੜਾ ਟ੍ਰਿਪ ਹੈਗਾ ਵੇ ਦਸੰਬਰ ਦੇ ਵਿੱਚ ਅਸੀਂ ਵੈਸਟ ਕੋਸਟ ਦਾ ਬਣਾਵਾਂਗੇ ਤੇ ਜਿਵੇਂ ਸਾਰੇ ਪ੍ਰੋਗਰਾਮ ਤੇ ਸੈਂਟਰਲ ਦਾ ਵੀ ਬਣਾਵਾਂਗੇ, ਪਲੱਸ ਫਿਨਿਕਸ ਹੋ ਗਿਆ, ਲਾਸ ਵੇਗਸ ਹੋ ਗਿਆ, ਸਿਆਟਲ ਹੋ ਗਿਆ, ਕੈਲੀਫੋਰਨੀਆ ਕੰਪਲੀਟ, ਡੈਲਸ, ਹਿਊਸਟਨ, ਆਰਕੈਂਸਸ। ਸੋ ਜਿਵੇਂ ਪ੍ਰੋਗਰਾਮ ਬਣ ਜਾਏਗਾ ਤੇ ਹੋਰ 2 ਕੁ ਮਹੀਨੇ ਤੱਕ ਅਸੀਂ ਆਪ ਜੀ ਨੂੰ ਉਹ ਵੀ ਸਾਰੇ ਪ੍ਰੋਗਰਾਮ ਜਿਹੜੇ ਸ਼ੇਅਰ ਕਰ ਦਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਨਿਊ ਇੰਗਲੈਂਡ ਸਿੱਖ ਸਟੱਡੀ ਸਰਕਲ ਵੱਲੋਂ ਸਾਰੀਆਂ ਸੰਗਤਾਂ ਵੱਲੋਂ ਡਾਕਟਰ ਦਵਿੰਦਰ ਸਿੰਘ ਜੀ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ, ਜਿਨ੍ਹਾਂ ਨੇ ਸਾਡੇ ਕੋਲ ਆ ਕੇ ਆਪਣੇ ਵਿਚਾਰ ਸਾਂਝੇ ਕੀਤੇ, ਕਲਗੀਧਰ ਟਰੱਸਟ ਦੇ ਇਤਿਹਾਸ ਬਾਰੇ ਵੀ ਸਾਨੂੰ ਦੱਸਿਆ ਤੇ ਗੁਰਬਾਣੀ ਦੇ ਆਧਾਰ ਤੇ ਇਹਨਾਂ ਨੇ ਸਾਨੂੰ ਇਹ ਅੱਜ ਦੱਸਿਆ ਹੈ ਕਿ ਸੇਵਾ ਕਰਨੀ ਸਾਡੇ ਸਾਰਿਆਂ ਵਾਸਤੇ ਕਿਤਨੀ ਕੁ ਜ਼ਰੂਰੀ ਹੈ। ਸੋ ਆਪ ਜੀ ਦਾ ਬਹੁਤ ਧੰਨਵਾਦ ਹੈ। ਸੋ ਸਾਧ ਸੰਗਤ ਜੀ, ਸੇਵਾ ਤੇ ਸਾਰੇ ਸੇਵਾਦਾਰਾਂ ਦੀ ਸ਼ਲਾਘਾਯੋਗ ਹੈ, ਪਰ ਅੱਜ ਉਚੇਚ ਤੌਰ ਤੇ ਮੈਂ 2 ਸੇਵਾਦਾਰਾਂ ਨੂੰ ਬੇਨਤੀ ਕਰਾਂਗਾ ਕਿ ਉਹ ਅੱਗੇ ਆਉਣ। ਇਹਨਾਂ ਬਾਰੇ ਜਿੰਨਾ ਵੀ ਕਿਹਾ ਜਾਏ ਉਤਨਾ ਘੱਟ ਹੈ।
ਬੜੇ ਸਾਲਾਂ ਤੋਂ ਸਰਦਾਰ ਕੁਲਦੀਪ ਸਿੰਘ ਜੀ ਤੇ ਸਰਦਾਰ ਮਨਜੀਤ ਸਿੰਘ ਮਾਨ ਜੀ ਪੂਰੀ ਨਿਸ਼ਕਾਮਤਾ ਦੇ ਨਾਲ ਸੇਵਾ ਕਰ ਰਹੇ ਹਨ ਤੇ ਕਰਦੇ ਆ ਰਹੇ ਹਨ। ਇਸ ਵੇਲੇ ਕਾਉਂਸਲ ਦਾ ਇਹ ਜਜ਼ਬਾਤ ਸੀ ਕਿ ਇਹਨਾਂ ਨੇ ਸੁਖਾਸਨ ਰੂਮ ਦੇ ਵਿੱਚ ਜਿਹੜਾ ਇਤਨਾ ਸੁੰਦਰ ਪਲੰਗ ਬਣਾਇਆ ਹੈਗਾ ਸੁਖਾਸਨ ਵਾਸਤੇ, ਉਚੇਚ ਤੌਰ ਤੇ ਉਹ ਸੇਵਾ ਵਾਸਤੇ ਇਹਨਾਂ ਨੂੰ ਰੈਕਗਨਾਈਜ਼ ਕੀਤਾ ਜਾ ਰਿਹਾ ਹੈ। ਮੈਂ ਤੇ ਤੁਹਾਨੂੰ ਦੱਸ ਨਹੀਂ ਸਕਦਾ, ਜਦ ਮੈਨੂੰ ਇਹਨਾਂ ਨੇ ਪਹਿਲੀ ਵਾਰੀ ਦਿਖਾਈ ਮੈਂ ਤੇ ਹੱਕਾ ਬੱਕਾ ਰਹਿ ਗਿਆ ਕਿ ਇਹਨਾਂ ਨੇ ਆਪਣੇ ਹੱਥੀਂ ਇਹ ਚੀਜ਼ ਬਣਾਈ ਹੈ ਪਿਆਰ ਦੇ ਨਾਲ ਗੁਰੂ ਘਰ ਵਾਸਤੇ। ਸੋ ਮੈਂ ਬੇਨਤੀ ਕਰਾਂਗਾ ਸਰਦਾਰ ਕੁਲਦੀਪ ਸਿੰਘ ਜੀ, ਸਰਦਾਰ ਮਨਜੀਤ ਸਿੰਘ ਮਾਨ ਜੀ ਅੱਗੇ ਆਉਣ ਤੇ ਇਹਨਾਂ ਨੂੰ ਡਾਕਟਰ ਸਾਹਿਬ ਸਨਮਾਨਿਤ ਕਰਨਗੇ ਜੀ। ਸਰਦਾਰ ਕੁਲਦੀਪ ਸਿੰਘ ਜੀ। ਜੋ ਬੋਲੇ ਸੋ ਨਿਹਾਲ। ਸਰਦਾਰ ਮਨਜੀਤ ਸਿੰਘ ਮਾਨ ਜੀ। ਜੋ ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਅਸੀਂ ਹੈਗੇ ਇੱਥੇ ਵੈਸਟਬੋਰੋ ਬੋਸਟਨ ਦੇ ਗੁਰੂ ਘਰ ਵਿੱਚ ਤੇ ਜੁੜੇ ਹੋਏ ਹਾਂ ਭੈਣ ਜੀ ਮਨਪ੍ਰੀਤ ਕੌਰ ਨਾਲ। ਇਹ ਇੱਥੇ ਸ਼ੀ ਇਜ਼ ਪਾਰਟ ਆਫ ਦੀ ਐਡਮਿਨ ਟੀਮ ਹੇਅਰ ਐਟ ਦ ਗੁਰੂ ਘਰ ਐਂਡ ਇੱਥੇ ਗੁਰੂ ਘਰ ਵਿੱਚ ਖਾਲਸਾ ਸਕੂਲ ਪਿਛਲੇ 15 ਤੋਂ ਆਲਮੋਸਟ 20 ਸਾਲਾਂ ਤੋਂ ਚੱਲ ਰਿਹਾ ਹੈ। ਸੋ ਮਨਪ੍ਰੀਤ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਨ ਯੂ ਪਲੀਜ਼ ਟੈਲ ਅਸ ਮੋਰ ਅਬਾਊਟ ਦ ਜਿਹੜਾ ਖਾਲਸਾ ਸਕੂਲ ਇੱਥੇ ਚੱਲ ਰਿਹਾ ਉਸ ਦੇ ਬਾਰੇ ਪਲੀਜ਼ ਜੀ। ਹਾਂਜੀ, ਤਕਰੀਬਨ 20 ਸਾਲ ਪਹਿਲਾਂ ਮਾਈ ਹਸਬੈਂਡ ਐਂਡ ਮਾਈਸੈਲਫ ਵੀ ਸਟਾਰਟਡ ਦ ਖਾਲਸਾ ਸਕੂਲ ਵਿਦ ਜਸਟ 5-6 ਕਿਡਸ, 5-6 ਬੱਚਿਆਂ ਨਾਲ ਸ਼ੁਰੂ ਕੀਤਾ। ਐਂਡ ਸਾਡੇ ਆਪਣੇ ਬੱਚੇ ਉਸ ਟਾਈਮ ਛੋਟੇ ਸੀਗੇ ਤੇ 5-6 ਬੱਚੇ ਤੋਂ ਸ਼ੁਰੂ ਕਰਕੇ ਹੁਣ ਕਰਦੇ ਕਰਦੇ ਤਕਰੀਬਨ 125-150 ਬੱਚਾ ਹੋ ਗਿਆ ਹੈ। ਤੇ ਅਸੀਂ ਪਹਿਲਾਂ ਸ਼ੁਰੂ ਕੀਤਾ ਗੁਰਮੁਖੀ, ਗੁਰਮਤ ਸੰਗੀਤ ਤੇ ਸਿੱਖ ਹਿਸਟਰੀ ਤੋਂ। ਤੇ ਸਾਡੇ ਸਾਰੇ ਜਿਹੜੇ ਟੀਚਰਸ ਨੇ ਇਹ ਸਾਰੇ ਪੇਰੈਂਟਸ ਨੇ ਜਿਹੜੇ ਕਿ ਵੋਲੰਟੀਅਰਸ ਨੇ, ਆਪਣਾ ਕੀਮਤੀ ਵਕਤ ਕੱਢ ਕੇ ਹਰ ਐਤਵਾਰ ਇੱਥੇ ਆਉਂਦੇ ਨੇ ਤੇ ਬੱਚਿਆਂ ਦੇ ਨਾਲ ਤੇ ਜੁੜਦੇ ਨੇ ਤੇ ਗੁਰਬਾਣੀ ਨਾਲ ਜੁੜਦੇ ਨੇ, ਬੱਚਿਆਂ ਨੂੰ ਜੋੜਦੇ ਨੇ ਤੇ ਦੈਟ ਇਜ਼ ਦ ਹੋਲ ਮੇਨ ਰੀਜ਼ਨ ਫॉर ਸਟਾਰਟਿੰਗ ਦ ਖਾਲਸਾ ਸਕੂਲ। The one thing that I would say that stands out for us is ਕਿ ਅਸੀਂ ਇੱਥੇ ਆਫਟਰ ਸਕੂਲ ਕੁਝ ਐਕਟੀਵਿਟੀਜ਼ ਕਰਦੇ ਹਾਂ ਔਨ ਫਰਾਈਡੇਜ਼ ਜੋ ਕਿ ਕੁਝ ਸਾਲ ਪਹਿਲਾਂ ਅਸੀਂ ਸ਼ੁਰੂ ਕੀਤੀਆਂ, ਜਿਵੇਂ ਕਿ ਰੋਬੋਟਿਕਸ ਹੋਇਆ, ਪਬਲਿਕ ਸਪੀਕਿੰਗ ਹੋ ਗਿਆ, ਸਟੋਰੀ ਟੈਲਿੰਗ ਤੇ ਹੁਣ ਹੋਰ ਵੀ ਆਈਡੀਆਜ਼ ਹੈਗੇ ਨੇ ਜਿਹੜੇ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਅੱਗੇ ਲੈ ਕੇ ਜਾਈਏ ਡਿਪੈਂਡਿੰਗ ਔਨ ਸਾਨੂੰ ਕਿਹੜੇ ਪੇਰੈਂਟ ਵੋਲੰਟੀਅਰਸ ਮਿਲਦੇ ਨੇ। ਐਂਡ ਤੇ ਹੁਣੇ ਅਸੀਂ ਪਿਛਲੇ 1-ਅੱਧੇ ਸਾਲ ਤੋਂ SAT/ਕਾਲਜ ਪ੍ਰੈਪ ਕਲਾਸਿਸ ਵੀ ਸ਼ੁਰੂ ਕੀਤੀਆਂ ਨੇ ਹਾਈ ਸਕੂਲ ਬੱਚਿਆਂ ਵਾਸਤੇ, ਤਾਂ ਕਿ ਅਸੀਂ ਉਹਨਾਂ ਨੂੰ ਇੱਕ ਯੂਨੀਕ ਪਰਸਪੈਕਟਿਵ ਤੋਂ ਆਪਣੀ ਐਪਲੀਕੇਸ਼ਨ ਨੂੰ ਸਟੈਂਡ ਆਊਟ ਕਰ ਸਕਣ, ਉਹਨਾਂ ਦੀ ਥੋੜ੍ਹੀ ਕੁਝ ਸਪੋਰਟ ਕਰ ਸਕੀਏ। ਹੋਰ ਅਸੀਂ ਜਿਹੜੀ ਚੀਜ਼ਾਂ ਕਰਦੇ ਹਾਂ ਸਪੈਸ਼ਲ, ਜਿਹੜੀ ਕਿ ਸਾਡੇ ਖਾਲਸਾ ਸਕੂਲ ਦੀਆਂ ਜਿਹੜੀਆਂ ਕਹਿੰਦੇ ਨੇ ਕਿ ਅਸੀਂ ਖਾਲਸਾ ਸਕੂਲ ਪਿਕਨਿਕ ਹੁੰਦੀ ਹੈ ਐਂਡ ਆਫ ਦਾ ਸਕੂਲ ਈਅਰ, ਜਿਹੜੇ ਕਿ ਸਾਰੇ ਟੀਚਰਸ, ਪੇਰੈਂਟਸ ਵੀ ਆਲ ਲੁੱਕ ਫਾਰਵਰਡ ਟੂ ਇਟ। ਤੇ ਅਸੀਂ ਵੀ ਗੈਟ ਟੂਗੈਦਰ ਇਨ ਅ ਪਾਰਕ ਐਂਡ ਬੱਚੇ ਗੇਮਸ ਖੇਡਦੇ ਨੇ ਤਾਂ ਕਿ ਬੱਚਿਆਂ ਦੀ ਆਪਸ ਵਿੱਚ ਬੌਂਡਿੰਗ ਹੁੰਦੀ ਹੈ, ਪੇਰੈਂਟਸ ਦੀ ਬੌਂਡਿੰਗ ਹੁੰਦੀ ਹੈ, ਗੁਰੂ ਘਰ ਵਿੱਚ ਜੋ ਬੌਂਡਿੰਗ ਹੁੰਦੀ ਹੈ ਉਹ ਵੀ ਹੈ ਤੇ ਆਊਟਸਾਈਡ ਜਾ ਕੇ ਜਦ ਬੌਂਡਿੰਗ ਹੁੰਦੀ ਹੈ ਤੇ ਇਹ ਅੱਗੇ ਲਾਈਫ ਵਿੱਚ ਚੱਲਦੀ ਹੈਗੀ ਹੈ। ਹੋਰ ਵੀ ਅਸੀਂ ਐਕਟੀਵਿਟੀਜ਼ ਕਰਦੇ ਹਾਂ, ਜਿਵੇਂ ਕਿ ਐਪਲ ਪਿਕਿੰਗ ਹੋ ਗਿਆ ਸਕੂਲ ਦੇ ਸੈਸ਼ਨ 'ਤੇ ਸਟਾਰਟ 'ਤੇ ਇਸੇ ਤਰ੍ਹਾਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਐਕਟੀਵਿਟੀਜ਼ ਕਰਦੇ ਰਹੀਏ। ਅਸੀਂ ਬੱਚਿਆਂ ਕੋਲੋਂ, ਪੇਰੈਂਟਸ ਕੋਲੋਂ ਪੁੱਛਦੇ ਰਹਿੰਦੇ ਹਾਂ ਕਿ ਕੋਈ ਆਈਡੀਆ ਸਾਨੂੰ ਸੁਜੈਸ਼ਨ ਦਿਓ ਸੋ ਦੈਟ ਹਾਊ ਵੀ ਕੈਨ ਗੈਟ ਬੈਟਰ, ਸੋ ਦੈਟ ਵੀ ਕੈਨ ਆਲ ਗਰੋ ਐਜ਼ ਗੁਰਸਿੱਖਸ, ਗੁਰੂ ਨਾਲ ਹੋਰ ਜੁੜ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਅਸੀਂ ਜੁੜੇ ਹਾਂ ਵੈਸਟਬੋਰੋ ਬੋਸਟਨ ਦੇ ਗੁਰੂ ਘਰ ਵਿੱਚ ਹੀ ਭੈਣ ਜੀ ਅਮਰਜੀਤ ਕੌਰ ਨਾਲ। ਇਹ ਇੱਥੇ ਗੁਰੂ ਘਰ ਵਿੱਚ ਐਵਰੀ ਵੀਕਐਂਡ ਫਰਾਈਡੇ ਐਂਡ ਸੈਟਰਡੇ ਫਰਾਈਡੇ ਐਂਡ ਸੰਡੇ ਗੱਤਕਾ ਕਲਾਸਿਸ ਹੁੰਦੀਆਂ ਨੇ ਤੇ ਇਹ ਸਾਰਾ ਇਹਨਾਂ ਦੀ ਨਿਗਰਾਨੀ ਹੇਠ ਹੁੰਦਾ ਹੈ। ਸੋ ਭੈਣ ਜੀ, ਕੈਨ ਯੂ ਟੈਲ ਅਸ ਮੋਰ ਅਬਾਊਟ ਦ ਗੱਤਕਾ ਕਲਾਸ, ਤੇ ਪੂਰਾ ਪ੍ਰੋਗਰਾਮ ਕਿਸ ਤਰ੍ਹਾਂ ਚੱਲ ਰਿਹਾ ਹੈ ਪਲੀਜ਼? ਹਾਂਜੀ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਜੀ। ਹਾਂਜੀ, ਅਸੀਂ ਪਿਛਲੇ 10+ ਇਅਰਸ ਤੋਂ ਕੋਸ਼ਿਸ਼ ਕਰ ਰਹੇ ਹੈਗੇ ਆ ਕਿ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਗੱਤਕਾ ਕਲਾਸਿਸ ਨੂੰ ਚਲਾਈਏ, ਤੇ ਵੀ ਹੈਵ ਬੀਨ ਹੈਵਿੰਗ ਟੀਚਰਸ ਫਰੋਮ ਨਿਊਯਾਰਕ, ਨਿਊ ਜਰਸੀ। ਉਹ ਰੈਗੂਲਰ ਤਾਂ ਨਹੀਂ ਆ ਪਾਉਂਦੇ ਹੈਗੇ, ਤੇ ਵੀਕਐਂਡ ਦੇ ਉੱਤੇ ਕੈਂਪਸ ਕਰਦੇ ਰਹੇ ਹੈਗੇ ਆ, ਤੇ ਕ੍ਰਿਸਮਸ ਬ੍ਰੇਕ ਦੇ ਉੱਤੇ, ਸਮਰ ਬ੍ਰੇਕ ਦੇ ਵਿੱਚ ਕੈਂਪਸ ਕਰਦੇ ਰਹੇ ਹੈਗੇ ਆ। ਤੇ ਅਸੀਂ ਕੋਸ਼ਿਸ਼ ਚੱਲ ਰਹੀ ਸੀ ਪਿਛਲੇ 10 ਇਅਰਸ ਤੋਂ, ਤੇ ਪਰ ਪਿਛਲੇ 4 ਸਾਲ ਪਹਿਲਾਂ ਇੱਥੇ ਇੱਕ ਟੀਚਰ ਆਏ ਇੰਡੀਆ ਤੋਂ, ਤੇ ਉਹਨਾਂ ਨੇ ਨਾ ਸਾਨੂੰ ਇੰਨਾ ਇਨਵੋਲਵ ਕਰ ਲਿਆ ਕਿ ਸਾਡੇ ਐਕਚੁਅਲੀ ਅਡਲਟਸ ਐਂਡ ਸਪੈਸ਼ਲੀ ਲੇਡੀਜ਼ ਇਨਵੋਲਵ ਹੋ ਗਈਆਂ। ਉਹਦੇ ਨਾਲ ਸਾਡਾ ਕਾਫੀ ਮਤਲਬ ਉਤਸ਼ਾਹ ਵਧਿਆ, ਸਾਰੇ ਬੱਚਿਆਂ ਦਾ ਵੀ ਉਤਸ਼ਾਹ ਵਧਿਆ, ਤੇ ਸੰਗਤ ਦਾ ਵੀ ਉਤਸ਼ਾਹ ਵਧਿਆ, ਤੇ ਹੋਰ ਵੀ ਫਿਰ ਨਾਲ ਜੁੜ ਗਏ। ਤੇ ਇੰਨਾ ਵਧੀਆ ਸੀ ਮਤਲਬ ਐਫਰਟ ਵੀਰ ਜੀ ਨੇ ਸਾਨੂੰ ਕਰਵਾਇਆ, ਜਿਹੜੇ ਗੱਤਕਾ ਟੀਚਰ ਆਏ ਸੀਗੇ ਇੰਡੀਆ ਤੋਂ, ਕਿ ਅਸੀਂ ਨਿਊਯਾਰਕ ਜਿਹੜੀ ਸਿੱਖ ਪਰੇਡ ਹੁੰਦੀ ਹੈਗੀ ਨਗਰ ਕੀਰਤਨ, 4 ਸਾਲ ਪਹਿਲਾਂ ਅਸੀਂ ਉੱਥੇ ਪਰਫਾਰਮ ਕੀਤਾ। ਹਾਂਜੀ ਹਾਂਜੀ। ਤੇ ਉਸ ਤੋਂ ਬਾਅਦ ਫਿਰ ਅਸੀਂ ਜੁੜੇ ਰਹੇ, ਤੇ ਇੰਨੇ ਨੂੰ ਕੋਵਿਡ ਆ ਗਿਆ, ਤੇ ਫਿਰ ਕੋਵਿਡ ਦੇ ਵਿੱਚ ਸਾਡੀਆਂ ਕਲਾਸਾਂ ਥੋੜ੍ਹੇ ਦੇਰ ਲਈ ਬੰਦ ਹੋ ਗਈਆਂ। ਤੇ ਬੱਚਿਆਂ ਨੇ ਐਕਚੁਅਲੀ ਆ ਕੇ ਮੈਨੂੰ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਆਂਟੀ ਹੁਣ ਆਪਾਂ ਕਲਾਸਿਸ ਕਦੋਂ ਲਗਾਉਣੀਆਂ ਆ, ਹੈ ਨਾ। ਸੋ ਆਈ ਵਾਜ਼ ਲਾਈਕ ਵੈਰੀ ਮੂਵਡ ਵਿਦ ਦੈਟ, ਐਂਡ ਆਪਾਂ ਗੁਰੂ ਸਾਹਿਬ ਨੂੰ ਅਰਦਾਸ ਕਰਦੇ ਰਹੇ ਕਿ ਗੁਰੂ ਸਾਹਿਬ ਕੰਡੀਸ਼ਨਸ ਬਣਾਉਣ ਕਿ ਆਪਾਂ ਬੱਚਿਆਂ ਨੂੰ ਗੱਤਕੇ ਦੇ ਵਿੱਚ ਫਿਰ ਇਨਵੋਲਵ ਕਰ ਸਕੀਏ। ਤੇ ਸੂਨ ਆਫਟਰ ਫਿਰ ਗੁਰਦੁਆਰਾ ਸਾਹਿਬ ਦੀਆਂ ਐਕਟੀਵਿਟੀਜ਼ ਨਾਰਮਲ ਹੋ ਗਈਆਂ, ਤੇ ਅਸੀਂ ਬੱਚਿਆਂ ਨੂੰ ਫਿਰ ਦੁਬਾਰਾ ਗੱਤਕਾ ਦੇ ਵਿੱਚ ਲੈ ਆਏ। ਤੇ ਹੁਣ ਆਪਣਾ ਜਿਹੜਾ ਔਨ ਆਫ ਚੱਲਦਾ ਸੀਗਾ, ਉਹਦੇ ਜਗ੍ਹਾ ਹੁਣ ਸਾਡੇ ਕੋਲ ਨਾ ਇੱਕ ਨਵੇਂ ਗ੍ਰੰਥੀ ਸਾਹਿਬ ਆ ਗਏ ਹੈਗੇ ਆ, ਤੇ ਉਹ ਗ੍ਰੰਥੀ ਸਿੰਘ ਜਿਹੜੇ ਹੈਗੇ ਆ ਉਹ ਗੱਤਕਾ ਦੇ ਵਿੱਚ ਵੀ ਕਾਫੀ ਟ੍ਰੇਨਡ ਹੈਗੇ ਆ। ਹਾਂਜੀ, ਸੋ ਹੁਣ ਸਾਡੀਆਂ ਪਿਛਲੇ ਮੰਥ ਤੋਂ ਹੁਣ ਉਹਨਾਂ ਦੇ ਨਾਲ ਗੱਤਕਾ ਕਲਾਸਿਸ ਹੋਰ ਨਵੇਂ ਸਿਰੇ ਤੋਂ ਨਹੀਂ ਕਹੂੰਗੀ ਵੀ, ਮਤਲਬ ਥੋੜ੍ਹਾ ਜਿਹਾ ਡਿਫਰੈਂਟ ਸਟਾਈਲ ਨਾਲ, ਕਿਉਂਕਿ ਹਰੇਕ ਟੀਚਰ ਦਾ ਆਪਣਾ ਸਟਾਈਲ ਹੁੰਦਾ, ਵੇਰੀਏਸ਼ਨਸ ਹੁੰਦੀਆਂ, ਤੇ ਉਹ ਫਿਰ ਹੁਣ ਸਾਨੂੰ ਗੱਤਕਾ ਕਰਵਾਉਣਗੇ। ਤੇ ਸਾਡੇ ਬੱਚਿਆਂ ਦੇ ਵਿੱਚ ਪੂਰਾ ਉਤਸ਼ਾਹ ਹੈਗਾ ਆ ਕਿ 15+ ਹੈਗੇ ਆ, ਤੇ ਛੋਟੇ ਬੱਚੇ ਕਾਫੀ ਇਨਵੋਲਵ ਹੋ ਰਹੇ ਆ ਜੀ। ਹਾਂਜੀ, ਹੁਣ ਕਾਫੀ ਜਦੋਂ ਅਸੀਂ ਗੱਤਕਾ ਕਰ ਰਹੇ ਹੁੰਦੇ ਆ ਬਾਹਰ ਨਾ, ਤੇ ਪੇਰੈਂਟਸ ਦੇਖ ਕੇ ਰੁਕਦੇ ਆ, ਤੇ ਬੱਚਿਆਂ ਨੂੰ ਬੜਾ ਉਹ ਕਿਉਰਿਓਸਿਟੀ ਹੁੰਦੀ ਹੈ ਕਿ ਛੋਟੇ ਬੱਚੇ 3-4 ਸਾਲ ਦੇ ਬੱਚੇ ਵੀ ਹੈਗੇ ਆ, ਤੇ ਉਹਨਾਂ ਨੂੰ ਵੀ ਕਿਉਰਿਓਸਿਟੀ ਹੁੰਦੀ ਹੈ ਕਿ ਕੀ ਚੱਲ ਰਿਹਾ ਹੈ, ਮੰਮਾ ਮੈਂ ਵੀ ਕਰਨਾ ਆ, ਹੈ ਨਾ। ਤੇ ਉਹ ਬੱਚੇ ਫਿਰ ਆਉਂਦੇ ਹੈਗੇ ਆ, ਤੇ ਅਸੀਂ ਫਿਰ ਉਹਨਾਂ ਨੂੰ ਮਤਲਬ ਕੋਈ ਜੇ ਇੱਦਾਂ ਫਾਰਮਲ ਇਨਰੋਲਮੈਂਟ ਨਹੀਂ ਹੈਗੀ ਆ ਹੁਣ, ਕਿਉਂਕਿ ਹੁਣ ਆਪਣੇ ਕੋਲ ਗ੍ਰੰਥੀ ਸਿੰਘ ਨਵੇਂ ਆਏ ਜਿਹੜੇ ਉਹ ਗੱਤਕਾ ਸਿਖਾਉਣਗੇ। ਹੁਣ ਥੋੜ੍ਹਾ ਅਸੀਂ ਮੋਰ ਫਾਰਮਲ ਹੋ ਜਾਵਾਂਗੇ, ਤਾਂ ਕਿ ਥੋੜ੍ਹਾ ਰੈਗੂਲਰਿਟੀ ਆਵੇ, ਹੈ ਨਾ, ਬੱਚੇ ਸੀਰੀਅਸ ਵੀ ਲੈਣ। ਤੇ ਸੋ ਵਿਦ ਗੁਰੂ ਸਾਹਿਬ ਦੀ ਕਿਰਪਾ ਨਾਲ ਬੜਾ ਵਧੀਆ ਚੱਲ ਰਿਹਾ। ਤੇ ਸਾਡਾ ਹੁਣ ਗੋਲ ਇਹ ਹੈਗਾ ਹੈ ਕਿ ਆਪਾਂ ਨਿਊਯਾਰਕ ਸਿੱਖ ਪਰੇਡ ਜਿਹੜੀ ਹੁੰਦੀ ਹੈ ਨਿਊਯਾਰਕ ਸਿਟੀ ਦੇ ਵਿੱਚ, ਨੈਕਸਟ ਈਅਰ ਤੁਸੀਂ ਸਾਨੂੰ ਉੱਥੇ ਦੇਖੋਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਅਸੀਂ ਹਾਂ ਵੈਸਟਬੋਰੋ ਬੋਸਟਨ ਦੇ ਗੁਰੂ ਘਰ। ਅੱਜ ਜਿਸ ਤਰ੍ਹਾਂ ਆਪ ਜੀ ਸਾਰੇ ਜਾਣਦੇ ਹੋ ਕਿ ਸਾਡੇ ਟ੍ਰਿਪ ਦਾ, ਬਾਬਾ ਜੀ ਦੇ ਇਸ ਟ੍ਰਿਪ ਦਾ ਲਾਸਟ ਪ੍ਰੋਗਰਾਮ ਹੈ ਬੋਸਟਨ ਵਿੱਚ। ਤੇ ਮੈਂ ਬੇਨਤੀ ਕਰਾਂਗੀ ਮਹਾਰਾਜ ਆਪ ਜੀ ਨੂੰ ਕਿਸ ਤਰ੍ਹਾਂ ਸੰਗਤਾਂ ਦਾ ਕਿਸ ਤਰ੍ਹਾਂ ਆਪ ਜੀ ਨਾਲ ਰਿਹਾ, ਆਪ ਜੀ ਦਾ ਟੂਰ ਕਿਸ ਤਰ੍ਹਾਂ ਰਿਹਾ, ਤੇ ਆਪ ਜੀ ਦੇ ਕੀ ਵਿਊਜ਼ ਨੇ ਤੇ ਕੀ ਮੈਸੇਜ ਹੈ ਸੰਗਤਾਂ ਵਾਸਤੇ। ਕਲੋਜ਼ਿੰਗ ਕਮੈਂਟਸ ਆਪ ਜੀ ਦੇ ਮਹਾਰਾਜ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾ ਤਹਿ ਦਿਲੋਂ ਧੰਨਵਾਦ ਕਰਦਾ ਹੈ ਸਾਰੀ ਸਿੱਖ ਸੰਗਤ ਦਾ, ਸਾਰੇ ਗੁਰੂ ਨਾਨਕ ਨਾਮ ਲੇਵਿਆਂ ਦਾ, ਜਿਨ੍ਹਾਂ ਨੇ ਸਾਨੂੰ ਇਸ ਟੂਰ ਵਿੱਚ 2 ਅਗਸਤ ਤੋਂ ਸ਼ੁਰੂ ਹੋਇਆ ਸੀ, ਅੱਜ ਇਸ ਦਾ ਲਾਸਟ ਡੇ ਅਸੀਂ ਬੋਸਟਨ ਵਿੱਚ ਬੈਠੇ ਹੋਏ ਹਾਂ। ਬਹੁਤ ਹੀ ਤਹਿ ਦਿਲੋਂ ਧੰਨਵਾਦ ਹੈ, ਬਹੁਤ ਪਿਆਰ ਮਿਲਿਆ ਸਮੁੱਚੀ ਸੰਗਤ ਦਾ, ਜਿਨ੍ਹਾਂ ਸਾਨੂੰ ਵੱਖ-ਵੱਖ ਜਗ੍ਹਾ 'ਤੇ ਨਿਵਾਜਿਆ। ਅਤੇ ਜੋ ਅਸੀਂ ਇਹ ਇੱਥੇ ਪਰਸੀਵ ਕੀਤਾ ਹੈ, ਦਾਸ ਇੱਥੇ ਪਹਿਲਾਂ 2019 ਵਿੱਚ ਵੀ ਆਇਆ ਸੀ, ਉਦੋਂ ਵੀ ਅਸੀਂ ਸੰਗਤਾਂ ਅੱਗੇ ਬੇਨਤੀ ਕੀਤੀ ਸੀ ਕਿ ਬਹੁਤ ਕਰਜ਼ਾ ਹੈ ਬੜੂ ਸਾਹਿਬ ਦੇ ਉੱਪਰ, ਅਤੇ ਅਸੀਂ ਇਹ ਮੈਸੇਜ ਦਿੱਤਾ ਸੀ ਥਰੂ ਜਸਟ TV ਕਿ ਲੈਟਸ ਮੇਕ ਬੜੂ ਸਾਹਿਬ ਡੈਟ ਫਰੀ। ਸੋ ਦਾਸ ਨੂੰ ਬੜੀ ਖੁਸ਼ੀ ਹੈ ਸ਼ੇਅਰ ਕਰਦੇ ਹੋਏ ਕਿ ਜੋ ਉਸ ਸਮੇਂ ਸਾਡਾ ਕਰਜ਼ਾ $7 ਮਿਲੀਅਨ ਸੀ, ਹੁਣ ਉਹ ਕੇਵਲ $4 ਮਿਲੀਅਨ ਰਹਿ ਗਿਆ ਹੈ। ਅਤੇ ਸਾਨੂੰ ਪੂਰੀ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਸੰਗਤਾਂ ਉਸੇ ਤਰ੍ਹਾਂ ਸੇਵਾ ਕਰਦੀਆਂ ਰਹਿਣਗੀਆਂ, ਅਤੇ ਜੋ ਇਹ ਗੁਰੂ ਸਾਹਿਬ ਦਾ ਆਪਣਾ ਜੋ ਮਿਸ਼ਨ ਹੈ ਬੱਚਿਆਂ ਨੂੰ ਪੜ੍ਹਾਉਣਾ, ਉਹ ਅਸੀਂ ਪੂਰੀ ਤਰ੍ਹਾਂ ਮੁਕੰਮਲ ਤਰੀਕੇ ਨਾਲ ਪੂਰਾ ਕਰ ਪਾਵਾਂਗੇ। ਜੋ ਇੱਥੇ ਦਾਸ ਨੇ ਦੇਖਿਆ ਹੈ ਇਹ ਪਿਛਲੇ 3 ਸਾਲਾਂ ਵਿੱਚ ਕਿ ਡੈਫੀਨੇਟ ਚੇਂਜ ਮੈਂ ਦੇਖ ਰਿਹਾ ਪੋਜ਼ੀਟਿਵ ਵੱਲ। ਇਸ ਵਾਰੀ ਜ਼ਿਆਦਾ ਬੱਚੇ ਗੁਰਦੁਆਰਿਆਂ ਵਿੱਚ ਦਿਖੇ ਹੈ, ਜ਼ਿਆਦਾ ਸਿੰਘ ਦਿਖੇ ਹੈ ਜਿਨ੍ਹਾਂ ਨੇ ਕੇਸ ਰੱਖੇ ਹੋਏ ਹੈ, ਜਿਨ੍ਹਾਂ ਦੇ ਮਨ ਵਿੱਚ ਪ੍ਰੇਮ ਹੈ ਗੁਰੂ ਨਾਨਕ ਦਾ। ਅਤੇ ਸਭ ਤੋਂ ਗ੍ਰੈਟੀਫਾਇੰਗ ਹੈ ਕਿ ਦਾਸ ਨੇ ਜਿਨ ਬੱਚਿਆਂ ਨਾਲ ਗੱਲ ਕੀਤੀ ਕਿ ਉਹਨਾਂ ਦਾ ਸਕੂਲ ਦਾ ਐਕਸਪੀਰੀਅੰਸ ਹੁਣ ਕੈਸਾ ਰਿਹਾ ਹੈ, ਅਤੇ ਬੜੀ ਖੁਸ਼ੀ ਹੋਈ ਇਹ ਦੇਖ ਕੇ ਕਿ ਅਵੇਅਰਨੈਸ ਆ ਗਈ ਹੈ ਅਮਰੀਕਨ ਸਕੂਲ ਦੇ ਬੱਚਿਆਂ ਵਿੱਚ। ਬੱਚੇ ਹੁਣ ਬੁਲੀ ਨਹੀਂ ਹੋ ਰਹੇ, ਅਮਰੀਕਨਸ ਨੂੰ ਪਤਾ ਚੱਲਣਾ ਸ਼ੁਰੂ ਹੋ ਗਿਆ ਹੈ ਕਿ ਸਿੱਖ ਇੱਕ ਵੱਖਰੀ ਕੌਮ ਹੈਗੀ। ਹੁਣ ਸਾਡੇ ਵਾਸਤੇ ਹੋਰ ਜ਼ਰੂਰੀ ਹੋ ਗਿਆ ਦ ਟਾਈਮ ਇਜ਼ ਰਾਈਪ ਕਿ ਅਸੀਂ ਬੱਚਿਆਂ ਨੂੰ
ਬੜੇ ਪ੍ਰੇਮ ਨਾਲ ਹੋਰ ਗੁਰੂ ਨਾਲ ਜੋੜ ਦਈਏ, ਆਪਣੇ ਕਲਚਰ ਨਾਲ, ਆਪਣੀ ਭਾਸ਼ਾ ਨਾਲ ਜੋੜ ਦਈਏ, ਤਾਂ ਕਿ ਜੋ ਇਹ ਇਤਨੀ ਮਿਹਨਤ ਕੀਤੀ ਹੈ ਮੇਰੇ ਵੀਰਾਂ ਨੇ ਇੱਥੇ, ਉਹ ਹੋਰ ਸਟਰੈਂਥਨ ਹੋ ਜਾਏ। ਕਲਗੀਧਰ ਟਰਸਟ ਨੇ ਆਪਣੇ ਹਿਸਾਬ ਨਾਲ ਇਸ ਵਿੱਚ ਇੱਕ ਹੋਰ ਛੋਟੀ ਜਿਹੀ ਕੰਟਰੀਬਿਊਸ਼ਨ ਕੋਵਿਡ ਦੇ ਟਾਈਮ 'ਤੇ ਕੀਤੀ ਸੀ। ਜਸਪਾਲ ਸਿੰਘ ਮੇਰੇ ਵੀਰ ਜੀ ਜਿਹੜੇ ਸੈਕਰੇਮੈਂਟੋ ਰਹਿੰਦੇ ਹੈ, ਉਹਨਾਂ ਨੇ ਦਾਸ ਨੂੰ ਵੈਸੇ ਹੀ ਸਹਿ ਚਬੇ ਫ਼ੋਨ ਕੀਤਾ ਸੀ ਕਿ ਭਾਈ ਕਿੱਦਾਂ ਚੱਲ ਰਿਹਾ ਕੋਵਿਡ ਦੇ ਦੌਰਾਨ। ਅਸੀਂ ਤਾਂ ਬੱਚਿਆਂ ਨੂੰ ਔਨਲਾਈਨ ਪੜ੍ਹਾ ਰਹੇ ਹਾਂ, ਪਿੰਡਾਂ ਦੇ ਬੱਚਿਆਂ ਨੂੰ। ਅਤੇ ਉਹ ਹੈਰਾਨ ਹੋਏ ਸੁਣ ਕੇ। ਇਹ ਗੱਲ ਹੈ ਤਕਰੀਬਨ ਜੀ ਮਈ 2020 ਦੀ। ਅਤੇ ਬੜੇ ਹੈਰਾਨ ਹੋਏ ਕਿ ਵੀ ਇੱਥੇ ਅਮਰੀਕਾ 'ਚ ਅਜੇ ਸਕੂਲਾਂ ਵਿੱਚ ਔਨਲਾਈਨ ਪੜ੍ਹਾਈ ਸ਼ੁਰੂ ਨਹੀਂ ਹੋਈ, ਤੁਸੀਂ ਕਿਵੇਂ ਸ਼ੁਰੂ ਕਰ ਲਈ। ਅਤੇ ਅਸੀਂ ਕਿਹਾ ਵੀ ਇਹ ਗੁਰੂ ਮਹਾਰਾਜ ਦੀ ਬਖਸ਼ਿਸ਼ ਹੈ। ਅਸੀਂ ਸੋਚਿਆ ਕਿ ਬੱਚਿਆਂ ਨੂੰ ਅਸੀਂ ਡਿਸਐਂਗੇਜ ਨਹੀਂ ਹੋਣ ਦੇਣਾ। ਕੋਵਿਡ ਦੇ ਕਾਰਨ ਘਰਾਂ 'ਚ ਬੱਚੇ ਬੈਠੇ ਹੋਏ ਹੈ, ਡਿਪਰੈਸ ਹੋ ਰਹੇ ਹੈ, ਬੜੀਆਂ 'ਤੇ ਸਾਈਕੋਲੋਜੀਕਲ ਪ੍ਰੈਸ਼ਰਸ ਆ ਰਹੇ ਹੈ। ਸੋ ਅਸੀਂ ਉਹਨਾਂ ਨੂੰ ਇੰਗੇਜ ਕਰਨਾ ਸ਼ੁਰੂ ਕੀਤਾ। ਆਪ ਜੀ ਨੂੰ ਖੁਸ਼ੀ ਹੋਏਗੀ ਕਿ ਕੋਵਿਡ ਦੇ ਦੌਰਾਨ ਵੀ ਜਦ ਕੰਪਲੀਟ ਲੋਕਡਾਊਨ ਸੀ ਪੂਰੇ ਭਾਰਤ ਵਿੱਚ, ਅਤੇ ਸਾਡੇ 70,000 ਬੱਚੇ ਰੋਜ਼ ਸਵੇਰੇ ਪਹਿਲਾਂ ਔਨਲਾਈਨ ਇਕੱਠੇ ਬੈਠ ਕੇ ਨਿਤਨੇਮ ਕਰਦੇ ਸੀ ਆਪਣੇ ਆਪਣੇ ਘਰਾਂ ਵਿੱਚ। ਉਸ ਤੋਂ ਬਾਅਦ ਫਿਰ ਉਹਨਾਂ ਦੀ ਕਲਾਸਾਂ ਲੱਗਦੀਆਂ ਸੀ। ਸੋ ਇਹ ਉਸ ਸਮੇਂ ਵੀਰ ਜੀ ਨੇ ਕਿਹਾ ਕਿ ਮੇਰਾ ਜਿਹੜਾ ਬੇਟਾ ਹੈ ਇੱਥੇ ਪਰਮਜੀਤ, ਉਸ ਨੂੰ ਵੀ ਕਲਾਸ ਵਿੱਚ ਜੋੜ ਦਿਓ। ਅਤੇ ਅਸੀਂ ਉਸਨੂੰ ਫਿਰ ਪੰਜਾਬੀ ਕਲਾਸ ਵਿੱਚ ਜਦ ਜੋੜਿਆ ਅਤੇ ਉਹ ਬੜਾ ਖੁਸ਼ ਹੋਇਆ ਬੱਚਾ। ਅਤੇ ਉਸ ਤੋਂ ਬਾਅਦ ਫਿਰ ਅਸੀਂ ਇਹ ਰਿਅਲਾਈਜ਼ ਕੀਤਾ ਕਿ ਜੇ ਅਸੀਂ ਇਹ ਕਲਾਸ ਸਾਰੇ ਬੱਚਿਆਂ ਵਾਸਤੇ USA UK ਬਾਹਰਲੇ ਬੱਚਿਆਂ ਵਾਸਤੇ ਸ਼ੁਰੂ ਕਰ ਦਈਏ ਤਾਂ ਇਹ ਬੜੀ ਗ੍ਰੈਟੀਫਾਈਂਗ ਹੋਏਗੀ। ਸੋ ਉਹ ਸਾਡਾ ਨਵਾਂ ਐਕਸਪੈਰੀਮੈਂਟ ਬਹੁਤ ਸਕਸੈਸਫੁਲ ਹੋਇਆ। ਹੁਣ ਸਾਡੀ ਇਹ ਕਲਾਸ ਰੈਗੂਲਰਲੀ ਰਿਲੇ ਹੋ ਰਹੀ ਹੈ ਬੜੂ ਸਾਹਿਬ ਤੋਂ, ਜਿਸ ਵਿੱਚ ਤਕਰੀਬਨ 600-700 ਬੱਚੇ 14-15 ਕੰਟਰੀਜ਼ ਵਿੱਚ ਪਾਰਟੀਸਿਪੇਟ ਕਰ ਰਹੇ ਹਨ, ਪੰਜਾਬੀ ਸਿੱਖ ਰਹੇ ਹਨ। ਇਸ ਤੋਂ ਇਲਾਵਾ ਅਸੀਂ ਇੱਕ ਜੋ ਇੰਟਰਨੈਸ਼ਨਲ ਕੈਂਪ ਸਾਡਾ ਲੱਗ ਰਿਹਾ ਬੜੇ ਸਾਲਾਂ ਤੋਂ, ਉਹ ਵੀ ਹੁਣ ਇਸ ਸਾਲ ਅਸੀਂ ਲਗਾਇਆ ਸੀ। ਉਸ ਦੇ ਵੀ ਬੜੀ ਗ੍ਰੈਟੀਫਾਈਂਗ ਸਾਡੀ ਰਿਸਪੌਂਸ ਆਇਆ ਸੀ। ਅਤੇ 7 ਜੁਲਾਈ ਤੋਂ 14 ਅਗਸਤ ਤੱਕ ਇਹ ਕੈਂਪ ਲੱਗਦਾ ਹੈ ਹਰ ਸਾਲ। ਸੋ ਦਾਸ ਬੇਨਤੀ ਕਰੇਗਾ ਸਾਰੇ ਪ੍ਰੇਮੀਆਂ ਨੂੰ ਕਿ ਆਪਣੇ ਬੱਚਿਆਂ ਨੂੰ, ਵੱਡਿਆਂ ਨੂੰ, ਜੋ ਵੀ ਉੱਥੇ ਆ ਕੇ ਰਹਿਣਾ ਚਾਹੇ, ਜਿੰਨੇ ਦਿਨ ਵੀ ਰਹਿਣਾ ਚਾਹੇ। ਇਹ ਕੈਂਪ ਤਕਰੀਬਨ 5 ਵੀਕਸ ਦਾ ਹੈ, ਪਰ ਕੋਈ 2 ਹਫ਼ਤੇ ਰਹਿਣਾ ਚਾਹੇ, 1 ਹਫ਼ਤਾ ਰਹਿਣਾ ਚਾਹੇ, ਅਸੀਂ ਟੇਲਰ ਮੇਡ ਉਸ ਵਾਸਤੇ ਪ੍ਰੋਗਰਾਮ ਬਣਾ ਲੈਂਦੇ ਹਾਂ ਕਿ ਹਫ਼ਤੇ 'ਚ ਕੀ ਕਰਾਉਣਾ ਹੈ। ਅਤੇ ਉਹ ਪ੍ਰੋਗਰਾਮ ਵੀ ਸੰਗਤ ਵਾਸਤੇ ਇਹ ਬੜੂ ਸਾਹਿਬ ਕੰਟਰੀਬਿਊਟ ਕਰ ਰਹੀ ਹੈ। ਸੋ ਦਾਸ ਇੱਕ ਵਾਰੀ ਫਿਰ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੈ, ਜਿਨ੍ਹਾਂ ਨੇ ਬਹੁਤ ਜ਼ਿਆਦਾ ਪ੍ਰੇਮ ਦਿੱਤਾ, ਬਹੁਤ ਸਤਿਕਾਰ ਦਿੱਤਾ, ਸਾਨੂੰ ਗਰੀਬਾਂ ਨੂੰ ਆਪਣੇ ਘਰਾਂ ਵਿੱਚ ਨਿਵਾਜਿਆ। ਸਾਨੂੰ ਇਹੀ ਅਸੀਂ ਅਰਦਾਸ ਕਰਦੇ ਹਾਂ। ਅਸੀਂ ਸਾਰੀ ਸੰਗਤ ਨੂੰ ਅੱਗੇ ਬੇਨਤੀ ਕਰਦੇ ਹਾਂ ਕਿ ਸਾਨੂੰ ਕਿਰਪਾ ਕਰੋ ਕਿ ਸਾਡੇ ਵਿੱਚ ਹੋਰ ਹਲੀਮੀ ਗਰੀਬੀ ਆ ਜਾਏ, ਅਤੇ ਮਹਾਂਪੁਰਸ਼ਾਂ ਦੇ ਦੱਸੇ ਹੋਏ ਰਸਤੇ 'ਤੇ, ਬਾਬਾ ਇਕਬਾਲ ਸਿੰਘ ਜੀ ਦੇ, ਸੰਤ ਤੇਜਾ ਸਿੰਘ ਮਹਾਰਾਜ ਜੀ ਦੇ, ਸੰਤ ਅਤਰ ਸਿੰਘ ਮਹਾਰਾਜ ਜੀ ਦੇ ਰਸਤੇ 'ਤੇ ਇਸੀ ਤਰ੍ਹਾਂ ਚੱਲਦੇ ਰਹੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਸ TV ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਜਸਪਾਲ ਸਿੰਘ ਸਿੱਧੂ ਸਵਾਗਤ ਕਰਦਾ ਹਾਂ। ਦਰਸ਼ਕੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਨਿਊ ਇੰਗਲੈਂਡ ਸਿੱਖ ਸਟੱਡੀ ਸਰਕਲ, ਨਿਊ ਇੰਗਲੈਂਡ ਦੇ ਗੁਰੂ ਘਰ ਦੇ ਵਿੱਚ ਅਸੀਂ ਇੱਥੇ ਪਹੁੰਚੇ ਹੋਏ ਹਾਂ। ਇੱਥੇ ਆ ਕੇ ਸਾਨੂੰ ਇੱਕ ਬੜਾ ਹੀ ਯੂਨੀਕ ਪ੍ਰੋਜੈਕਟ ਦੇਖਣ ਨੂੰ ਮਿਲਿਆ, ਜੋ ਕਿ ਇੱਥੋਂ ਦੇ ਸਿੱਖ ਸਟੱਡੀ ਸਰਕਲ ਨੇ ਸ਼ੁਰੂ ਕੀਤਾ ਹੋਇਆ। ਮੈਂ ਸਾਰੇ ਦਰਸ਼ਕਾਂ ਨੂੰ, ਆਪ ਜੀ ਨੂੰ ਉਹਨਾਂ ਦੇ ਨਾਲ ਰੂਬਰੂ ਕਰਾਉਣਾ ਚਾਹੁੰਦਾ ਕਿ ਕਿਸ ਤਰੀਕੇ ਨਾਲ ਇੱਕ ਡਿਫਰੈਂਟ ਪ੍ਰੋਜੈਕਟ, ਇੱਕ ਡਿਫਰੈਂਟ ਆਈਡੀਆ, ਜੋ ਕਿ ਸਾਡੇ ਆਉਣ ਵਾਲੀ ਪਨੀਰੀ ਵਾਸਤੇ ਬੜਾ ਹੀ ਡਿਫਰੈਂਟ ਆਈਡੀਆ ਹੈ, ਉਹਨੂੰ ਮੈਂ ਆਪ ਜੀ ਦੇ ਲਈ ਸਾਹਮਣੇ ਲੈ ਕੇ ਆਉਣਾ ਚਾਹੁੰਦਾ। ਮੇਰੇ ਨਾਲ ਨੇ ਨਿਊ ਇੰਗਲੈਂਡ ਸਿੱਖ ਸੈਂਟਰ ਸਿੱਖ ਸਟੱਡੀ ਸਰਕਲ ਤੋਂ ਸਰਦਾਰ ਹਰਬਲਜੀਤ ਸਿੰਘ ਜੀ, ਜਿਨ੍ਹਾਂ ਨੇ ਇਹ ਪ੍ਰੋਜੈਕਟ ਸ਼ੁਰੂ ਕੀਤਾ, ਵਿਚ ਇਜ਼ ਏ ਡਿਫਰੈਂਟ ਆਈਡੀਆ, ਵੈਰੀ ਯੂਨੀਕ ਪ੍ਰੋਜੈਕਟ। ਸੋ ਆਪਾਂ ਪੁੱਛਦੇ ਹਾਂ ਸਰਦਾਰ ਹਰਬਲਜੀਤ ਸਿੰਘ ਜੀ ਤੋਂ that how did they started, what is this project about? ਹਰਬਲ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਸੀਂ ਅੱਜ ਇੱਥੇ ਜਦੋਂ ਆਪ ਜੀ ਦੇ ਗੁਰੂ ਘਰ ਵਿਖੇ ਆਏ, ਮੈਨੂੰ ਜਾਣ ਕੇ ਬੜੀ ਖੁਸ਼ੀ ਹੋਈ ਕਿ ਨਿਸ਼ਕਾਮ TV ਦੇ ਨਾਂ 'ਤੇ ਤੁਸੀਂ ਇੱਕ ਬੜਾ ਸੋਹਣਾ ਪ੍ਰੋਜੈਕਟ ਸ਼ੁਰੂ ਕੀਤਾ ਇੱਥੇ ਗੁਰੂ ਘਰ ਦੇ ਵਿੱਚ। ਸਾਡੇ ਜਿਹੜੇ ਸਰੋਤੇ ਇਸ ਟਾਈਮ ਜੋ ਆਪ ਜੀ ਨੂੰ ਸੁਣ ਰਹੇ ਨੇ, ਸਾਨੂੰ ਇਸ ਪ੍ਰੋਜੈਕਟ ਬਾਰੇ ਥੋੜ੍ਹੀ ਜਾਣਕਾਰੀ ਦਿਓ। ਹਾਂਜੀ, ਪਹਿਲਾਂ ਤਾਂ ਸਾਰੇ ਜਸ ਪੰਜਾਬੀ ਵਾਲਿਆਂ ਨੂੰ ਜੀ ਆਇਆਂ ਜੀ। ਸੋ ਨਿਸ਼ਕਾਮ TV ਦਾ ਮੇਨ ਕਨਸੈਪਟ ਹੈ ਵੀ ਆਪਣੇ ਗੁਰੂ ਘਰ ਦੇ ਨਾਲ ਖਾਲਸਾ ਸਕੂਲ ਹੁੰਦੇ ਨੇ, ਜਿੱਥੇ ਹਰ ਸੰਡੇ ਨੂੰ ਬੱਚੇ ਜਾ ਕੇ ਗੁਰਮੁਖ ਸੰਗੀਤ ਸਿੱਖਦੇ ਨੇ, ਆਪਣੀ ਸਿੱਖ ਹਿਸਟਰੀ ਬਾਰੇ ਸਿੱਖਦੇ ਨੇ, ਗੁਰਮੁਖੀ ਸਿੱਖਦੇ ਨੇ। ਅਤੇ ਉਸ ਨੂੰ ਆਪਾਂ ਸਪਲੀਮੈਂਟ ਕਿੱਦਾਂ ਕਰੀਏ ਥਰੂ ਵਿਜ਼ੂਅਲ ਮੀਡੀਆ, ਕਿਉਂਕਿ ਅੱਜ ਦੀ ਤਰੀਕ ਦੇ ਵਿੱਚ ਵਿਜ਼ੂਅਲ ਮੀਡੀਆ ਇਜ਼ ਅ ਵੈਰੀ ਇੰਪੋਰਟੈਂਟ ਥਿੰਗ। ਦਾ ਕਿਡਸ ਲਰਨ ਐਵਰੀਥਿੰਗ ਥਰੂ ਵਿਜ਼ੂਅਲ ਮੀਡੀਆ। ਸੋ ਉਹਨਾਂ ਨੇ ਕੋਈ ਵੀ ਕਨਸੈਪਟ ਸਿੱਖਣਾ ਹੈ, ਕੋਈ ਵੀ ਹਿਸਟਰੀ ਸਿੱਖਣੀ ਹੈ, ਸਭ ਤੋਂ ਪਹਿਲਾਂ ਉਹ YouTube 'ਤੇ ਜਾਂਦੇ ਨੇ, ਉੱਥੇ ਆ ਕੇ ਵੀਡੀਓਜ਼ ਦੇਖਦੇ ਨੇ। ਸੋ ਹਾਊ ਡੂ ਵੀ ਕੈਪਚਰ देयर ਮਾਈਂਡ
ਟੂ ਟੈਲ 6 ਸਟੋਰੀਜ਼, ਕਿਉਂਕਿ ਜੇ ਆਪਾਂ ਮੀਡੀਆ 'ਚ ਦੇਖੀਏ 6 ਸਟੋਰੀਜ਼ ਦਾ ਬਹੁਤ ਵੱਡਾ ਗੈਪ ਹੈਗਾ। ਆਪਣੀ ਇੰਨੀ ਰਿਚ ਸਿੱਖ ਹਿਸਟਰੀ ਹੈ, ਆਪਣੀ ਇੰਨੀ ਰਿਚ ਲੈਗੇਸੀ ਹੈਗੀ ਹੈ, ਬਟ ਆਈ ਥਿੰਕ ਐਜ਼ ਅ ਫਿਲਮ ਮੇਕਰ ਉਹਨੂੰ ਆਪਾਂ ਜਸਟੀਫਿਕੇਸ਼ਨ ਨਹੀਂ ਕਰ ਸਕੇ। ਜਾਂ ਤਾਂ ਹਾਲੀਵੁੱਡ ਵਾਲੇ ਫਿਲਮਾਂ ਬਣਾਉਂਦੇ ਨੇ ਬਟ ਉਹਦੇ 'ਚ ਸਿੱਖਾਂ ਦਾ ਮਜ਼ਾਕ ਹੀ ਉਡਾਇਆ ਜਾਂਦਾ ਹੈਗਾ ਜਾਂ ਜੋਕਸ ਬਣਾਇਆ ਜਾਂਦਾ, ਬਟ ਉਹਦਾ ਬੇੜਾ ਸਾਨੂੰ ਆਪ ਐਜ਼ ਅ ਸਿੱਖ ਫਿਲਮ ਮੇਕਰ ਲੈਣਾ ਪੈਣਾ। ਤੇ ਮੈਂ ਸੋਚਿਆ ਵੀ ਐਜ਼ ਅ ਫਿਲਮ ਮੇਕਰ ਮੈਂ 1 ਜਾਂ 2 ਸਟੋਰੀਆਂ ਦੱਸ ਸਕਦਾ ਸਾਲ ਦੇ ਵਿੱਚ, ਵੀ ਹਾਊ ਡੂ ਆਈ ਐਕਸਪੈਂਡ ਦੈਟ, ਵੀ ਜੇ ਅਸੀਂ ਬੱਚਿਆਂ ਨੂੰ ਫਿਲਮ ਮੇਕਿੰਗ ਦੀ ਐਜੂਕੇਸ਼ਨ ਦੇ ਸਕੀਏ ਤੇ ਉਹਨਾਂ ਦੇ ਅੰਦਰ ਜਿਹੜੀਆਂ ਸਟੋਰੀਜ਼ ਨੇ ਜਦੋਂ ਸਿੱਖਦੇ ਨੇ ਖਾਲਸਾ ਸਕੂਲ ਦੇ ਵਿੱਚ ਸਿੱਖ ਹਿਸਟਰੀ ਬਾਰੇ, ਉਸ ਨੂੰ ਲੈ ਕੇ ਉਸ ਸਟੋਰੀਜ਼ ਨੂੰ ਲੈ ਕੇ ਜਿਹੜੇ ਅਸੀਂ ਫਿਲਮ ਮੇਕਿੰਗ ਦੇ ਨਾਲ ਟੂਲਸ ਖਾਂਦੇ ਆ ਉਹਨੂੰ ਲੈ ਕੇ ਉਹ ਆਪਣੇ ਸਕੂਲ ਦੇ ਕਲਾਸਮੇਟਸ ਦੇ ਨਾਲ ਜਾਂ ਜਦੋਂ ਕਾਲਜ ਜਾਂਦੇ ਨੇ, ਸੋ ਦੇ ਕੈਨ tell their peers, they can tell their classmates, go to YouTube, go to our channel ਨਿਸ਼ਕਾਮ TV, ਉੱਥੇ ਜਾ ਕੇ ਤੁਸੀਂ ਸਟੋਰੀਆਂ ਦੇਖ ਸਕਦੇ ਹੋ। ਤੇ ਸਟੋਰੀਆਂ ਜਿਹੜੀਆਂ ਅਸੀਂ ਬੱਚਿਆਂ ਨੇ ਬਣਾਈਆਂ ਨੇ, ਸੋ ਦੇ ਮੇਡ ਏ ਸਟੋਰੀ ਔਨ ਡੈਕਲੇਰੇਸ਼ਨ ਆਫ ਅ ਰੈਵੋਲੂਸ਼ਨ, ਜਿਹੜੀ ਅਸੀਂ ਡਾਕੂਮੈਂਟਰੀ ਬਣਾਈ ਹੈਗੀ ਹੈ ਫਾਰਮਰਸ ਪ੍ਰੋਟੈਸਟ ਤੇ। ਸੋ ਉਹਦੇ ਸਿੱਖੀ ਦਾ ਕੀ ਰੋਲ ਸੀਗਾ, ਕਿਉਂਕਿ ਪੰਜਾਬ ਦੇ ਫਾਰਮਰ ਨੇ ਬਹੁਤ ਵੱਡਾ ਰੋਲ ਪਲੇ ਕੀਤਾ। ਸੋ ਅਸੀਂ ਆਪਣੀ ਸਿੱਖ ਹਿਸਟਰੀ ਦੀ ਲੈਗੇਸੀ ਦਿਖਾਈ ਹੈਗੀ ਹੈ, ਫਰੋਮ ਬੰਦਾ ਸਿੰਘ ਬਹਾਦਰ ਨੇ ਆ ਕੇ ਜਦੋਂ ਲੈਂਡ ਛਡਾਈ, ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ। ਸੋ ਵੀ ਹੈਵ ਟੋਲਡ ਆਲ ਦ 6 ਸਟੋਰੀਜ਼ ਅਬਾਊਟ ਦੈਟ। ਪਿਛਲੇ ਸਾਲ ਬੱਚਿਆਂ ਨੇ ਇੱਕ ਡਾਕੂਮੈਂਟਰੀ ਬਣਾਈ ਹੈ ਸੇਵਾ, ਜਦੋਂ ਆਪਣਾ ਕੋਵਿਡ ਪੈਂਡੈਮਿਕ ਆਇਆ ਉਦੋਂ ਸਿੱਖਾਂ ਨੇ ਬਹੁਤ ਸੇਵਾ ਕੀਤੀ ਥਰੂ ਦਾ ਵਰਲਡ। ਤੇ ਮੋਸਟਲੀ ਜਦੋਂ ਆਪਾਂ ਸੇਵਾ ਦੀ ਗੱਲ ਕਰਦੇ ਹੈਗੇ ਆ ਸਿੱਖੀ ਦੇ ਨਾਲ, ਲੋਕ ਲੰਗਰ ਨੂੰ ਹੀ ਸੋਚਦੇ ਨੇ, ਬਟ ਉਸ ਵੇਲੇ ਬੜੇ ਲੰਗਰ ਹੋਏ, ਆਕਸੀਜਨ ਸਿਲੰਡਰਾਂ ਦੇ ਆਪਣੇ ਲੰਗਰ ਹੋਏ, ਖਾਲਸਾ ਏਡ ਨੇ ਲੋਕਾਂ ਦੀ ਇੱਥੇ ਆਨਲਾਈਨ ਗਰੋਸਰੀ ਕਰਕੇ ਘਰੇ ਪਹੁੰਚਾਈ, ਆਪਣੇ ਜਤਿੰਦਰ ਸਿੰਘ ਸ਼ੰਟੀ ਦਿੱਲੀ ਦੇ ਵਿੱਚ ਨੇ ਜਿਨ੍ਹਾਂ ਨੇ ਲੋਕਾਂ ਦੀ ਕ੍ਰਿਬੇਸ਼ਨਸ ਕੀਤੀਆਂ ਜਿਹੜੀ ਬਾਡੀ ਛੱਡ ਜਾਂਦੇ ਸੀਗੇ। ਸੋ ਅਸੀਂ ਉਹ ਡਾਕੂਮੈਂਟਰੀ ਬਣਾਈ ਹੈ ਜਿਹੜੀ PBS ਤੇ ਬੜੀ ਜਲਦੀ ਰਿਲੀਜ਼ ਹੋਣ ਵਾਲੀ ਹੈ। ਤੇ ਨਿਸ਼ਕਾਮ TV ਦੇ ਵਿੱਚ ਅਸੀਂ ਇੱਕ ਚੀਜ਼ ਕੀਤਾ ਹੈਗੀ ਹੈ ਵੀ ਹਰ ਬੱਚੇ ਦਾ ਆਪਣਾ ਇੱਕ ਪੈਸ਼ਨ ਹੁੰਦਾ। ਸੋ ਆਈ ਆਲਵੇਜ਼ ਸੇ ਐਵਰੀ ਕਿਡ ਇਜ਼ ਅ ਜੀਨੀਅਸ। ਐਜ਼ ਅ ਪੇਰੈਂਟ ਸਾਨੂੰ ਉਹ ਜੀਨੀਅਸ ਕੱਢਣਾ ਪੈਣਾ ਉਹਨਾਂ ਚੋਂ। ਸੋ ਕਈ ਬੱਚੇ ਲਿਖਣ 'ਚ ਬੜੇ ਚੰਗੇ ਨੇ, ਦੇ ਲਵ ਰਾਈਟਿੰਗ, ਕਈ ਬੱਚਿਆਂ ਨੂੰ ਐਕਟਿੰਗ ਪਸੰਦ ਹੈ, ਕਈਆਂ ਨੂੰ ਟੈਕਨੀਕਲ ਸਕਿੱਲ ਪਸੰਦ ਨੇ, ਕਈਆਂ ਨੂੰ ਗ੍ਰਾਫਿਕ ਡਿਜ਼ਾਈਨ ਜਾਂ ਪੇਂਟਿੰਗ ਪਸੰਦ ਹੈ, ਤੇ ਕਈਆਂ ਨੂੰ ਮਾਰਕੀਟਿੰਗ ਪਸੰਦ ਹੈ। ਸੋ ਅਸੀਂ 7 ਟੀਮਾਂ ਬਣਾਈਆਂ ਨੇ, ਟੋਟਲ 52 ਬੱਚੇ ਨੇ ਸਾਡੇ ਨਿਸ਼ਕਾਮ TV ਦੇ ਵਿੱਚ। ਤੇ 7 ਟੀਮਾਂ ਨੇ ਜਿਹੜੀਆਂ ਬੱਚੇ ਰਾਈਟਿੰਗ ਦੇ ਆਪਣੇ ਪੈਸ਼ਨੇਟ ਨੇ। ਸੋ ਦੇ ਵੀ ਹੈਵ ਅ ਕੰਟੈਂਟ ਰਾਈਟਿੰਗ ਟੀਮ, ਵੀ ਹੈਵ ਪ੍ਰੋਡਕਸ਼ਨ ਟੀਮ, we have talent team, we have a marketing team, we have a graphic design team, and then we have a social media team. So the 7 ਟੀਮਾਂ ਨੇ। ਜਿਹੜੇ ਬੱਚੇ ਨੂੰ ਸ਼ੌਂਕ ਹੈ, ਐਂਡ ਕਈ ਵਾਰ ਬੱਚੇ ਨੂੰ ਪਤਾ ਨਹੀਂ ਹੁੰਦਾ ਸਾਨੂੰ ਕੀ ਸ਼ੌਂਕ ਹੈਗਾ, ਸੋ ਟਰਾਈ ਕਰਦੇ ਨੇ ਇੱਕ ਚੀਜ਼, ਉਹ ਕਹਿੰਦੇ ਨਹੀਂ ਮੈਨੂੰ ਇੰਨਾ ਮਜ਼ਾ ਨਹੀਂ ਆ ਰਿਹਾ ਹੈਗਾ, ਸੋ ਦੇ ਕੈਨ ਮੂਵ ਇਟ ਅਰਾਊਂਡ ਐਂਡ ਐਂਡ ਆਫ ਦ ਡੇ ਦੇ ਵਿਲ ਫਾਈਂਡ ਸਮਥਿੰਗ। ਤੇ ਅਸੀਂ ਜਿਹੜੇ ਇਸ ਤਰੀਕੇ ਨਾਲ ਆਪਣਾ ਫਿਲਮ ਸਕੂਲ ਬਣਾਇਆ ਹੈ, ਉਹਦਾ ਮੇਨ ਮਕਸਦ ਇਹ ਨਹੀਂ ਹੈਗਾ ਵੀ ਬੱਚੇ ਸਾਰੇ ਫਿਲਮ ਮੇਕਰ ਬਣਨ ਜਾਂ ਜਰਨਲਿਸਟ ਬਣਨ, ਕਿਉਂਕਿ ਫਿਲਮ ਮੇਕਿੰਗ ਦੇ ਥਰੂ ਤੁਸੀਂ ਬੜੇ ਸੌਫਟ ਸਕਿੱਲ ਸਿੱਖਦੇ ਹੋ। ਫਸਟ ਇਜ਼ ਪਬਲਿਕ ਸਪੀਕਿੰਗ ਸਕਿੱਲਸ, ਜੇ ਤੁਸੀਂ ਇੰਟਰਵਿਊ ਕਰ ਰਹੇ ਹੈਗੇ ਹੋ, ਯੂ ਲਰਨ ਲੋਟ ਆਫ ਟੈਕਨੀਕਲ ਸਕਿੱਲ, ਕੈਮਰਾ, ਆਪਟਿਕਸ, ਲੈਂਸਿਸ, ਆਪਣੇ ਐਡੀਟਿੰਗ ਕਰਦੇ ਹੋ, ਤਾਂ ਸਾਰੇ ਟੈਕਨੀਕਲ ਸਕਿੱਲ ਨੇ, ਕੰਪਿਊਟਰ ਸਕਿੱਲਸ ਨੇ। ਸੋ ਫਿਰ ਇੱਕ ਟੀਮ ਵਰਕ ਕਿੱਦਾਂ ਕਰਨਾ ਹੈਗਾ, ਹਾਊ ਟੂ ਕੋਲੈਬੋਰੇਟ, ਹਾਊ ਟੂ ਟੇਕ ਈਚ ਅਦਰਸ ਆਈਡੀਆਜ਼। ਤੇ ਅੱਜ ਮੇਰੇ ਨਾਲ 3 ਬੱਚੇ ਖੜੇ ਨੇ ਇੱਥੇ, ਇਹ ਤਿੰਨੋਂ ਪ੍ਰੋਡਕਸ਼ਨ ਟੀਮ ਦੇ ਨੇ। ਵੈਰੀ ਗੁੱਡ। ਤੇ ਬੱਚਿਓ ਤੁਸੀਂ ਆਪਣੇ ਨੂੰ ਇੰਟਰੋਡਿਊਸ। ਨਾਈਸ ਟੂ ਮੀਟ ਯੂ ਆਲ ਆਫ ਯੂ ਗਾਇਜ਼, and the Just TV viewers would like to hear from you about your mission and how you feel about learning these new skills. So ਸਭ ਤੋਂ ਪਹਿਲਾਂ ਏਕਮ ਸਿੰਘ ਜੀ। ਸਤਿ ਸ਼੍ਰੀ ਅਕਾਲ, ਮੇਰਾ ਨਾਮ ਏਕਮਦੀਪ ਸਿੰਘ। Basically our mission at Nishkam TV is we want to, I guess, inspire people, and we want to teach people about Sikhi, and that, like, I guess us as kids, that just because we are young and people might think we're not qualified for this, we can still do it, and we still have this opportunity that my dad has given all of us. And I guess I'm just inspired by the message that he's trying to teach people, and we're all grateful for this opportunity. Sat Shri Akal, mera naam Sahaj Singh. I'm really grateful for this opportunity. I've learned a lot from it, and yeah, it's a really good teaching to everyone. Sat Shri Akal, mera naam Jaskirat Singh. I'm very grateful for what we are doing here, and I hope to help other people, non-Sikhs, Sikhs, anyone, to know about who we are and what we do. ਜੇ ਮੈਨੂੰ ਇਜਾਜ਼ਤ ਹੋਵੇ ਤਾਂ ਮੈਂ ਇੱਕ ਗੱਲ ਐਡ ਕਰਨਾ ਚਾਹੂੰਗਾ। ਜਿਹੜੇ ਬੱਚੇ ਨੇ ਟੀ-ਸ਼ਰਟ ਪਾਈ ਹੈ, ਇਸ ਲੋਗੋ ਦਾ ਕੀ ਮਤਲਬ ਹੈਗਾ? ਜਦੋਂ ਅਸੀਂ ਸੋਚ ਰਹੇ ਸੀਗੇ ਵੀ ਅਸੀਂ ਡਿਜੀਟਲ ਚੈਨਲ ਬਣਾਉਣਾ, ਜਿਹੜੇ ਬੱਚੇ ਰਨ ਕਰਨਗੇ, ਸੋ ਬੱਚਿਆਂ ਨੇ ਕੁਝ ਨਹੀਂ ਪ੍ਰਪੋਜ਼ ਕੀਤੇ, ਸੋ ਦੈਨ ਦੇ ਡਿਸਾਈਡਡ ਵੀ ਵਾਂਟ ਟੂ ਗੋ ਵਿਦ ਨਿਸ਼ਕਾਮ। ਸੋ ਜੋ ਬੱਚੇ ਲੋਗੋ ਬਣਾ ਰਹੇ ਸੀਗੇ, ਸੋ ਤੁਸੀਂ ਲੋਗੋ ਦੇਖੋਗੇ, ਇਟਸ ਐਨ ਆਈ ਵਿਦ ਅ ਖੰਡਾ।
ਸੋ ਸਾਡਾ ਮੇਨ ਮਕਸਦ, ਤੁਸੀਂ ਗੱਲ ਕਰ ਰਹੇ ਸੀ ਮਿਸ਼ਨ ਦੀ, ਹਾਊ ਟੂ ਲੁੱਕ ਐਟ ਦਾ ਵਰਲਡ ਥਰੂ ਸਿੱਖੀ ਲੈਂਸ। ਕਿਉਂਕਿ ਜਿਹੜੇ ਸਾਡੇ ਸ਼ਬਦ ਗੁਰੂ ਨੇ, ਗੁਰੂ ਗ੍ਰੰਥ ਸਾਹਿਬ, ਉਹਦੇ ਵਿੱਚ ਆਈ ਥਿੰਕ ਅਸੀਂ ਗੱਲ ਕਰਦੇ ਹੈਗੇ ਹਾਂ ਜੈਂਡਰ ਇਕੁਐਲਿਟੀ ਦੀ। ਵੀ ਟਾਕ ਅਬਾਊਟ ਵੂਮਨ ਇੰਪਾਵਰਮੈਂਟ, ਵੀ ਟਾਕ ਅਬਾਊਟ এনवायरमेंट, ਵੀ ਟਾਕ ਅਬਾਊਟ ਇੰਟਰਫੇਥ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਭ ਕੁਝ ਦਰਜ ਹੈ, ਜਿਹੜਾ 550 ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੋਇਆ ਹਾਲ ਤੱਕ ਹੈ। ਸੋ ਹਾਊ ਟੂ ਵੀ ਲੁੱਕ ਐਟ ਦਾ ਵਰਲਡ ਥਰੂ ਸਿੱਖੀ ਲੈਂਸ, ਦੈਟਸ ਦ ਮੇਨ ਮਕਸਦ, ਦ ਮੇਨ ਮਿਸ਼ਨ ਆਫ ਅਸ। ਦਰਸ਼ਕੋ, ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਨਿਊ ਇੰਗਲੈਂਡ ਗੁਰੂ ਘਰ ਨੇ ਇਹ ਇੱਕ ਨਵਾਂ ਯੂਨੀਕ ਆਈਡੀਆ ਲੈ ਕੇ ਆਏ ਨੇ, ਅਤੇ ਹੁਣ ਅਸੀਂ ਤੁਹਾਨੂੰ ਉੱਪਰ ਲੈ ਕੇ ਜਾਵਾਂਗੇ ਜਿੱਥੇ ਨਿਊ ਇੰਗਲੈਂਡ ਗੁਰੂ ਘਰ ਨੇ ਆਪਣਾ ਇੱਕ ਸਪੈਸ਼ਲ ਮੀਡੀਆ ਰੂਮ ਬਣਾਇਆ ਹੋਇਆ, ਜਿੱਥੇ ਇਹ ਬੱਚੇ ਸਾਰੇ ਰਲ ਕੇ ਉੱਥੇ ਪ੍ਰੋਡਕਸ਼ਨ ਕਰਦੇ ਨੇ ਔਰ ਡਿਫਰੈਂਟ ਟਾਈਪਸ ਦੀਆਂ ਜੋ ਡਾਕੂਮੈਂਟਰੀਜ਼ ਬਣਾ ਕੇ ਇਹ ਸੰਗਤਾਂ ਦੀ ਸੇਵਾ ਕਰਦੇ ਆ। ਸੋ ਹੁਣ ਤੁਹਾਨੂੰ ਦਿਖਾਵਾਂਗੇ ਉੱਪਰ ਜਾ ਕੇ ਗੁਰੂ ਘਰ ਦਾ ਮੀਡੀਆ ਰੂਮ। ਵੈਲਕਮ ਟੂ ਨਿਸ਼ਕਾਮ ਟੀਵੀ ਸਟੂਡੀਓ ਜੀ। ਸੋ ਨਿਸ਼ਕਾਮ ਟੀਵੀ ਜਿੱਦਾਂ ਤੁਸੀਂ ਦੇਖ ਰਹੇ ਹੋ, ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀਗੀ, ਜਿਹੜਾ ਲੋਗੋ ਹੈਗਾ ਇਟਸ ਐਨ ਆਈ, ਸੋ ਇਟਸ ਅ ਲੈਂਸ। ਸੋ ਹਾਊ ਟੂ ਲੁੱਕ ਵਰਲਡ ਥਰੂ ਸਿੱਖ ਲੈਂਸ। ਸੋ ਸਾਡਾ ਉਹ ਮੇਨ ਮਕਸਦ ਹੈਗਾ, ਉਹ ਮਿਸ਼ਨ ਹੈਗਾ। ਤਾਂ ਸਾਡੀ ਜਿਹੜੀ ਸਟੋਰੀ ਟੈਲਿੰਗ ਹੈ ਇਹ ਸਾਰੇ ਉਸ ਦੇ ਅਰਾਊਂਡ ਹੈਗੀ ਹੈ। ਬੱਚੇ ਜਿਹੜੇ ਖਾਲਸਾ ਸਕੂਲ ਤੋਂ ਸਿੱਖ ਹਿਸਟਰੀ ਬਾਰੇ ਸਟੋਰੀ ਸੁਣਦੇ ਨੇ ਜਾਂ ਸਿੱਖਦੇ ਨੇ। ਗੱਲ ਕਰੀਏ ਤਾਂ ਆਪਾਂ ਗੁਰੂ ਨਾਨਕ ਸਾਹਿਬ ਦੇ 3 ਗੋਲਡਨ ਰੂਲਸ, ਕੀਰਤ ਕਰਨੀ, ਨਾਮ ਜਪਣਾ, ਵੰਡ ਛਕਣੀ ਜੀ। ਸੋ ਉਸ ਨੂੰ ਇੱਕ ਨੈਰੇਟਿਵ ਸਟੋਰੀ ਟੈਲਿੰਗ ਦੇ ਥਰੂ ਕਿੱਦਾਂ ਦੱਸ ਸਕੀਏ, ਕਿਉਂਕਿ ਐਜ਼ ਯੂ ਨੋ ਕਿਡਸ or even adults, they love watching stories which has a drama, which has a human characters, which has a warmth. So the story ਬਣਾਉਂਦੇ ਹਾਂ, ਤੇ ਅਸੀਂ ਇਹ ਪੂਰਾ ਸਾਊਂਡ ਪ੍ਰੂਫ ਸਟੂਡੀਓ ਬਣਾਇਆ ਜੀ ਇੱਥੇ। ਐਂਡ ਯੂ ਕੈਨ ਸੀ there is a chroma wall, green wall, so ਤੁਸੀਂ ਇੰਟਰ ਵੀ ਕਰ ਸਕਦੇ ਹੋ, and then they can change green wall to have a good background. ਤੇ ਏਕਮ, can you tell about 3 golden rules? ਇਹ ਸ਼ਾਰਟ ਫਿਲਮ ਹੈ ਜੀ, ਫਿਕਸ਼ਨ ਫਿਲਮ ਬਣਾਈ ਬੱਚਿਆਂ ਨੇ। Okay, so talk about that. So the story was about this family that had 3 young boys, and basically they all wanted to buy a PS4, and they didn't have the money, of course, because they were young. So they made a compromise with their parents. Their parents said that they would give them half of the money for the PS4, and the half other money they would earn themselves. So I was a part of the Super Sing Super Gar documentary or short film, and in that short film we specialized, or we focused on the Panchkakars. And we also showed how Nam Japna can overrule those Panchkakars even if you don't have one of them. So we were superheroes, and in that film, like any good superhero film, we had a supervillain who was trying to defeat our Gurdwara. And through the Panchkakars and through Nam Japna, we overcame him. So that's basically what this film is all about. Very nice. So nice to see all of you, and we will continue this conversation. But I also want to tell my viewers ਕਿ ਤੁਸੀਂ ਸਾਰੇ ਜਾ ਕੇ ਨਿਸ਼ਕਾਮ ਟੀਵੀ ਦੀ ਵੈਬਸਾਈਟ 'ਤੇ ਜਾ ਕੇ ਤੁਸੀਂ ਇਹ ਸਾਰੀਆਂ ਡਾਕੂਮੈਂਟਰੀਜ਼ ਉੱਥੇ ਜਾ ਕੇ ਤੁਸੀਂ ਦੇਖ ਸਕਦੇ ਆ। ਮੈਂ ਤੁਹਾਨੂੰ ਬਿਲਕੁਲ ਇਨਕਰੇਜ ਕਰੂੰਗਾ, ਇਹਨਾਂ ਬੱਚਿਆਂ ਨੇ ਬਹੁਤ ਵਧੀਆ ਕੰਮ ਕੀਤਾ, ਔਰ ਆਪਾਂ ਬਾਕੀ ਗੁਰੂ ਘਰ ਅਤੇ ਹੋਰਾਂ ਜਗ੍ਹਾ ਦੇ ਉੱਤੇ ਵੀ ਇਨਕਰੇਜ ਕਰੀਏ ਕਿ ਇਸ ਤਰੀਕੇ ਦੇ ਨਾਲ ਬੱਚੇ ਰਲ ਮਿਲ ਕੇ ਜੋ ਨਵੀਂ ਟੈਕਨੋਲੋਜੀ ਦੇ ਨਾਲ ਬੱਚਿਆਂ ਦੀ ਜਿਹੜੀਆਂ ਲਰਨਿੰਗ ਸਕਿੱਲਸ ਆ ਉਹਨਾਂ ਦੇ ਵਿੱਚ ਆਪਾਂ ਉਹਨਾਂ ਬੱਚਿਆਂ ਨੂੰ ਟ੍ਰੇਨ ਕਰ ਸਕੀਏ ਔਰ ਬੱਚੇ ਇਹਦੇ ਵਿੱਚ ਇੰਗੇਜ ਹੋਣ।